सत्कारयोग गुरु सवारी गुरु प्यारी गुरु जी का रूप स्वरूप खालसा साध संगत जी वडभागी हो साहिब नसीब हो उत्तम कर्मा वाले हो। बड़े अदब प्यार सत्कार सहित आप जी दयालु कृपालु ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਆਂ ਦੇ ਬਖਸ਼ਿਸ਼ਾਂ ਮਿਹਰਾਂ ਭਰੇ ਪਵਿੱਤਰ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੁੜ ਮਿਲ ਬੈਠ ਕੇ ਗੁਰੂ ਦੇ ਸ਼ਬਦ ਦਾ ਰਸ ਆਨੰਦ ਮਾਣ ਰਹੇ ਹੋ। ਗੁਰ ਇਤਿਹਾਸ ਦੀ ਲੜੀਵਾਰ ਚੱਲ ਰਹੀ ਕਥਾ ਵਿਚਾਰ ਅਨੁਸਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਲੋਧੀ ਵਿਖੇ ਸ਼ੁਭਾਏਮਾਨ ਹਨ। ਮਹਾਰਾਜ ਜੀ ਨੇ ਮੋਦੀ ਖਾਨਾ ਲੁਟਾ ਕੇ ਮੋਦੀ ਖਾਨੇ ਦਾ ਕੰਮਕਾਰ ਛੱਡ ਦਿੱਤਾ। ਨਵਾਬ ਦੌਲਤ ਖਾਨ ਤੇ ਕਾਜੀ ਨੂੰ ਦਿਲੋਂ ਜੁੜ ਕੇ ਨਮਾਜ਼ ਪੜ੍ਹਨ ਦੀ ਨਸੀਹਤ ਔਰ ਤਾਕੀਦ ਕੀਤੀ ਹੈ। ਉਸ ਉਪਰੰਤ ਗੁਰੂ ਸਾਹਿਬ ਮਹਾਰਾਜ ਜੀ ਨੇ ਸਾਧੂਆਂ ਵਾਲਾ ਭੇਖ ਲਿਬਾਸ ਪਾਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਹੁਰਾ ਮੂਲ ਚੰਦ ਜੀ, ਸੱਸ ਚੰਦੋ ਰਾਣੀ ਜੀ ਅੱਖੋਂ ਕੇ ਰੰਧਾਵੇ ਬਟਾਲੇ ਨਗਰ ਤੋਂ ਨੇੜਿਓਂ ਉਥੋਂ ਆਏ ਨੇ। ਉਹਨਾਂ ਆ ਕੇ ਭਾਈਆ ਜੈ ਰਾਮ ਭੈਣ ਨਾਨਕੀ ਜੀ ਨੂੰ ਬਹੁਤ ਸਾਰੇ ਉਲਾਮੇ ਦਿੱਤੇ। ਇਥੋਂ ਤੱਕ ਕਿਹਾ ਵੀ ਜੇ ਨਾਨਕ ਜੀ ਨੇ ਸਾਧੂ ਸੰਤਾਂ ਨਾਲ ਜਾ ਰਲਣਾ ਹੈ ਜਾਂ ਘਰ-ਬਾਰ ਛੱਡ ਕੇ ਬਾਹਰ ਫਿਰਨਾ ਵਿਚਰਨਾ ਹੈ ਤੇ ਫਿਰ ਇੱਥੇ ਸੁਲੱਖਣੀ ਦਾ ਸਾਡੀ ਧੀ ਦਾ ਨਿਰਬਾਹ ਗੁਜ਼ਾਰਾ ਉਹ ਕਿਵੇਂ ਹੋਵੇਗਾ। ਇਸ ਲਈ ਅਸੀਂ ਆਪਣੀ ਧੀ ਨੂੰ ਪੇਕੇ ਘਰ ਲੈ ਜਾਂਦੇ ਹਾਂ। ਮਹਾਰਾਜ ਜੀ ਨੂੰ ਬਹੁਤ ਕੁਝ ਉਹਨਾਂ ਗੁੱਸੇ ਵਿੱਚ ਬੋਲਿਆ। ਮਹਾਰਾਜ ਜੀ ਨੇ ਤੇ ਕੋਈ ਜਵਾਬ ਨਾ ਦਿੱਤਾ। ਭੈਣ ਨਾਨਕੀ ਜੀ ਨੇ ਬੜਾ ਸਮਝਾਇਆ ਪਰ ਮੂਲ ਚੰਦ ਤੇ ਚੰਦੋ ਰਾਣੀ ਜੀ ਨਾ ਮੰਨੇ। ਅਖੀਰ ਭਾਈ ਅਜੈ ਰਾਮ ਜੀ ਆਖਣ ਲੱਗੇ ਚਲੋ ਸਾਡੀ ਇੱਕ ਗੱਲ ਮੰਨ ਲਓ, ਜੇ ਤੁਸੀਂ ਬੀਬੀ ਸੁਲੱਖਣੀ ਜੀ ਤੇ ਲਖਮੀ ਦਾਸ ਜੀ ਨੂੰ ਲੈ ਜਾਓ। ਸ੍ਰੀ ਚੰਦ ਜੀ ਵੱਡੇ ਨੇ, 4.5 ਵਰ੍ਹੇ ਦੀ ਉਹਨਾਂ ਦੀ ਉਮਰ ਹੈ, ਉਹ ਸਾਡੇ ਕੋਲ ਰਹਿ ਲੈਂਦੇ ਨੇ, ਤੁਸੀਂ ਉਹਨਾਂ ਨੂੰ ਛੱਡ ਜਾਓ। ਘੱਟੋ ਘੱਟ ਅਸੀਂ ਉਹਨਾਂ ਦੇ ਨਾਲ ਪਰਚੇ ਰਵਾਂਗੇ, ਸਾਡਾ ਜੀ ਲੱਗਾ ਰਹੇਗਾ। ਔਰ ਤੁਸੀਂ ਇਸ ਖਿਆਲ ਦੇ ਨਾਲ ਸੁਲੱਖਣੀ ਜੀ ਨੂੰ ਲੈ ਕੇ ਜਾਇਓ ਕਿ ਕੁਝ ਸਮੇਂ ਬਾਅਦ ਇਹ ਫਿਰ ਵਾਪਸ ਆ ਜਾਣ। ਪੇਕੇ ਘਰ ਸਹੁਰੇ ਘਰ ਜਾਣ ਆਉਣ ਬਣਿਆ ਰਹਿੰਦਾ, ਪਰ ਕਦੀ ਸਹੁਰਿਓਂ ਇਸ ਖਿਆਲ ਨਾਲ ਨਹੀਂ ਜਾਈਦਾ ਵੀ ਮੁੜ ਕੇ ਇੱਥੇ ਆਉਣਾ ਨਹੀਂ। ਅਸੀਂ ਵੀ ਤੁਹਾਡੇ ਕੋਲ ਮਿਲਣ ਵਾਸਤੇ ਆਵਾਂਗੇ, ਤੁਸੀਂ ਵੀ ਆਇਓ। ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੁਭਾਅ ਇਵੇਂ ਦਾ ਹੈ, ਆਪਾਂ ਸਾਰੇ ਜੇ ਇਸ ਤਰ੍ਹਾਂ ਕਰਨ ਲੱਗਾਂਗੇ ਤੇ ਗੁਜ਼ਾਰਾ ਬੜਾ ਮੁਸ਼ਕਲ ਹੋਣਾ ਹੈ। ਦਿਲਾਂ 'ਚ ਨਾਰਾਜ਼ਗੀਆਂ ਰੱਖ ਕੇ, ਗੁੱਸੇ ਰੱਖ ਕੇ, ਤਲਖੀਆਂ ਤੇ ਰੰਜ ਰੱਖ ਕੇ ਕਦੇ ਰਿਸ਼ਤੇ ਨਹੀਂ ਨਿਭਦੇ। ਰਿਸ਼ਤੇ ਨਿਭਾਉਣ ਖਾਤਰ ਬਹੁਤ ਸਾਰੀਆਂ ਗੱਲਾਂ ਛੱਡਣੀਆਂ ਪੈਂਦੀਆਂ ਨੇ। ਤੁਸੀਂ ਇਹ ਪੁਰਾਣੀਆਂ ਗੱਲਾਂ ਮਨ 'ਚੋਂ ਕੱਢ ਦਿਓ, ਰਾਜੀ ਖੁਸ਼ੀ ਨਾਲ ਜਾਓ। ਕੁਝ ਸਮੇਂ ਬਾਅਦ ਤੁਸੀਂ ਵੀ ਆਇਓ, ਅਸੀਂ ਵੀ ਤੁਹਾਡੇ ਕੋਲ ਆਵਾਂਗੇ। ਇਸ ਖਿਆਲ ਦੇ ਨਾਲ ਭੈਣ ਨਾਨਕੀ ਜੀ, ਭਾਈ ਅਜੈ ਰਾਮ ਜੀ, ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਵੀ ਇੱਥੇ ਮੌਜੂਦ ਨੇ। ਸਾਹਿਬ ਜੀ ਦੇ ਮਹਿਲ ਸਤਿਕਾਰਯੋਗ ਜਗਤ ਮਾਤ ਮਾਤਾ ਸੁਲੱਖਣੀ ਜੀ ਛੋਟੇ ਸੁਪੁੱਤਰ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਆਪਣੇ ਮਾਤਾ ਪਿਤਾ ਦੇ ਨਾਲ ਪੇਕੇ ਘਰ ਜਾਣ ਵਾਸਤੇ ਚੱਲੇ ਨੇ।
ਜਾਣ ਲੱਗਿਆਂ ਬੜੇ ਪ੍ਰੇਮ ਨਾਲ ਉਧਰ ਉਧਰ ਹੀ ਇੱਕ ਦੂਸਰੇ ਨੂੰ ਮਿਲੇ ਨੇ, ਪਿਆਰ ਸਤਿਕਾਰ ਕੀਤਾ। ਬਾਬਾ ਸ੍ਰੀ ਚੰਦ ਜੀ ਨੂੰ ਭੈਣ ਨਾਨਕੀ ਜੀ ਦੀ ਗੋਦ ਪਾਤਾ ਵੀ ਇਹਦੀ ਸੰਭਾਲ ਤੁਸੀਂ ਕਰਿਓ। ਇਸ ਤਰੀਕੇ ਦੇ ਨਾਲ ਮਾਤਾ ਸੁਲੱਖਣੀ ਜੀ ਪੇਕੇ ਘਰ ਨੂੰ ਵਿਦਾ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਜੀ, ਭਾਈਆ ਜੈ ਰਾਮ ਜੀ, ਭੈਣ ਨਾਨਕੀ ਜੀ ਤੇ ਬਾਬਾ ਸ੍ਰੀ ਚੰਦ ਜੀ ਖਿਮਾ ਕਰਨਾ, ਇਹ ਸੁਲਤਾਨਪੁਰ ਲੋਧੀ ਨੇ। ਲਖਮੀ ਦਾਸ ਜੀ ਮਾਤਾ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਚਲੇ ਗਏ। ਇਥੋਂ ਤੱਕ ਕਥਾ ਆਪ ਜੀ ਨੇ ਕੱਲ ਤੱਕ ਸਰਵਣ ਕੀਤੀ ਹੈ। ਇਸ ਤੋਂ ਅਗਲੇ ਪ੍ਰਸੰਗ ਸਰਵਣ ਕਰ ਲਈ। ਮਨ ਬਿਰਤੀ ਇਕਾਗਰ ਕਰੋ। ਆਰੰਭਤਾ 'ਚ ਇੱਕ ਬੇਨਤੀ ਕਰਾਂ, ਗੁਰੂ ਕੀ ਹਜ਼ੂਰੀ ਵਿੱਚ ਆਪ ਜੀ ਆਪਣੇ ਸਮੇਂ ਦੇ ਹਿਸਾਬ ਨਾਲ ਆਏ ਹੋ। ਜਿੰਨਾ ਕਿਸੇ ਕੋਲ ਸਮਾਂ ਉਹਨਾਂ ਤੁਸੀਂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਸ਼ਬਦ ਦਾ, ਗੁਰੂ ਕਥਾ, ਗੁਰਬਾਣੀ ਦਾ ਆਨੰਦ ਮਾਣਨਾ। ਕਿਸੇ ਤੇ ਕੋਈ ਪਾਬੰਦੀ ਜ਼ੋਰ ਨਹੀਂ ਕਿ ਤੁਸੀਂ ਇੰਨਾ ਸਮਾਂ ਜ਼ਰੂਰੀ ਮਹਾਰਾਜ ਦੀ ਹਜ਼ੂਰੀ 'ਚ ਬੈਠੋ। ਜੇ ਕਰੇ 2 ਮਿੰਟ ਬੈਠੋ, 10 ਮਿੰਟ ਬੈਠੋ, 1 ਘੰਟਾ ਬੈਠੋ, ਇਹ ਤੁਹਾਡੀ ਮਰਜ਼ੀ ਹੈ। ਸਾਡੀ ਹੱਥ ਜੋੜ ਕੇ ਇੱਕੋ ਬੇਨਤੀ ਹੈ ਕਿ ਜਿੰਨਾ ਸਮਾਂ ਤੁਸੀਂ ਮਹਾਰਾਜ ਦੀ ਹਜ਼ੂਰੀ 'ਚ ਬੈਠਣਾ ਹੈ, ਉਹਨਾਂ ਸਮਾਂ ਗੁਰੂ ਹਜ਼ੂਰੀ 'ਚ ਮੋਬਾਈਲ ਦੀ ਵਰਤੋਂ ਨਹੀਂ ਕਰਨੀ, ਫੋਨ ਦੀ ਵਰਤੋਂ ਨਹੀਂ ਕਰਨੀ। ਜਿਹੜੇ ਇਸ ਗੱਲ ਤੇ ਬਜਿੱਦ ਨੇ ਕਿ ਅਸੀਂ ਆਪਣਾ ਪਾਠ ਕਰਦੇ ਹਾਂ, ਜ਼ਰੂਰ ਇਹ ਸਮਝ ਲੈਣਾ ਇਹ ਪਾਠ ਨਹੀਂ ਹੋ ਸਕਦਾ। ਇੱਕ ਤੇ ਮੋਬਾਈਲ ਤੋਂ ਪਾਠ ਦਾ ਕਿਤੇ ਕੋਈ ਵਿਧੀ ਵਿਧਾਨ ਨਹੀਂ, ਮੋਬਾਈਲ ਤੋਂ ਪਾਠ ਹੋ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮ ਆਇਆ ਸੀ, ਆਪ ਜੀ ਨੂੰ ਗਿਆਤ ਹੋਵੇ। ਜੋ ਪਿਆਰ, ਜੋ ਭਾਵਨਾ, ਜੋ ਅਹਿਸਾਸ ਪੋਥੀ ਤੋਂ, ਗੁਟਕੇ ਤੋਂ ਮਨ ਨੂੰ ਪ੍ਰਾਪਤ ਹੁੰਦੀ ਹੈ, ਉਹ ਫੋਨ ਤੋਂ ਨਹੀਂ ਹੋ ਸਕਦੀ। ਉਹੀ ਫੋਨ ਹੈ ਜਿਹੜਾ ਅਸੀਂ ਵਾਸ਼ਰੂਮਾਂ 'ਚ, ਟਾਇਲਟਾਂ 'ਚ ਲੈ ਕੇ ਨਾਲ ਜਾਂਦੇ ਹਾਂ। ਉਹੀ ਫੋਨ ਹੈ ਦੁਨੀਆ ਭਰ ਦੇ ਝੂਠੇ ਹੱਥ ਲਾਉਂਦੇ ਹਾਂ। ਉਹੀ ਫੋਨ ਹੈ ਜਿਹਦੇ ਤੋਂ ਆਪਾਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ। ਪਹਿਲੀ ਗੱਲ ਤੇ ਇਹੀ ਗਲਤ ਹੈ। ਦੂਜਾ, ਜੇ ਕੋਈ ਆਖੇ ਵੀ ਨਹੀਂ ਕਰਨਾ ਹੈ ਤੇ ਆਹ ਟਾਈਮ ਨਾ ਸਵੇਰ ਦੇ ਨਿਤਨੇਮ ਦਾ, ਨਾ ਰਹਿ ਰਾਸ ਦਾ, ਕਿਹੜਾ ਪਾਠ ਹੋਏਗਾ ਇਸ ਵੇਲੇ? ਤੇ ਜੇ ਕੋਈ ਜੇਦੀ ਕਰੀ ਬੈਠਾ, ਇਹ ਅੱਖਰ ਗਿਣਨੇ ਤੇ ਜੇਦ ਹੋਏਗੀ। ਇਧਰੋਂ ਕੰਨਾਂ 'ਚ ਆਵਾਜ਼ ਪੈਂਦੀ ਹੋਵੇ ਕਥਾ ਦੀ, ਕੀਰਤਨ ਦੀ, ਸੰਗੀਤ ਦੀ, ਤਬਲੇ ਦੀ, ਵਾਜੇ ਦੀ, ਤੇ ਕਿਹੜਾ ਜਿਹੜਾ ਪਾਠ ਕਰ ਲੇਗਾ? ਪਾਠ ਨਹੀਂ ਹੁੰਦਾ, ਉਹ ਜਿੱਦ ਪੂਰੀ ਹੁੰਦੀ ਹੈ ਵੀ ਐਂ ਕਰੀ ਜਾਣਾ ਤੇ ਸ਼ਾਇਦ ਹੋ ਗਿਆ। ਨਹੀਂ, ਜਿੰਨਾ ਕਰਨਾ ਸੇਵਾਦਾਰ ਵੀਰਾਂ ਨੂੰ ਪੁੱਛ ਲਓ। ਉੱਪਰ ਜਗ੍ਹਾ ਬਣੀ ਹੈ, ਪੋਥੀ ਸਾਹਿਬ, ਗੁਟਕੇ ਮੌਜੂਦ ਨੇ, ਉੱਥੇ ਆਪ ਜੀ ਬਹਿ ਕੇ ਆਪਣਾ ਪਾਠ ਕਰ ਸਕਦੇ ਹੋ। ਹੱਥ ਜੋੜ ਕੇ ਬੇਨਤੀ ਹੈ, ਇਹ ਬੇਨਤੀ ਪ੍ਰਵਾਨ ਕਰਨੀ। ਆਓ ਇਕਾਗਰਤਾ ਬਖਸ਼ੋ, ਸਹਿਯੋਗ ਦਿਓ, ਰਸਨਾ ਪਵਿੱਤਰ ਕਰੋ। ਸਾਰੇ ਜਪੋ ਸਤਨਾਮ ਵਾਹਿਗੁਰੂ ਜੀ। ਸ਼੍ਰੀ ਗੁਰ ਪਗ ਹੈ ਕੀਲ ਕਾ, ਮਨ ਦਾਨੋ ਟਿਗ ਕੀਨ। ਕਵੀ ਜੀ ਹੁਣ ਅਗਲਾ ਅਧਿਆਏ ਆਰੰਭ ਕਰਦੇ ਨੇ, ਮੰਗਲ ਕਰਦੇ ਨੇ ਗੁਰੂ ਚਰਨਾਂ ਦਾ। ਕਹਿੰਦੇ ਜਿਹੜੇ ਗੁਰੂ ਦੇ ਚਰਨ ਨੇ ਨਾ, ਇਹ ਕਿੱਲੀ ਵਰਗੇ ਨੇ। ਗੁਰਬਾਣੀ 'ਚ 2 ਪੰਕਤੀਆਂ ਨੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਟ, ਜੋ ਦਰ ਰਹੇ ਸੁਬਰੇ ਨਾਨਕ ਅਜਬ ਡੇਟ। ਅੱਜ ਆਪਾਂ ਨੂੰ ਸਾਰਾ ਕੁਝ ਪੀਸਿਆ ਪਿਸਾਇਆ ਮਿਲਦਾ। ਕੱਲ ਤੱਕ ਦੀਆਂ ਗੱਲਾਂ ਸੀ ਵੀ ਆਪਾਂ ਦਾਣੇ ਚੱਕੀ ਤੇ ਖੜ ਕੇ ਪਿਹਾ ਕੇ ਲੈ ਕੇ ਆਉਣੇ ਸਾਂ। ਉਹਦੇ ਤੋਂ ਹੋਰ ਪਹਿਲਾਂ ਦਾਣੇ ਘਰਾਂ ਵਿੱਚ ਪੀਸੇ ਜਾਂਦੇ ਸੀ। ਘਰਾਂ 'ਚ, ਪਿੰਡਾਂ 'ਚ ਹੱਥ ਨਾਲ ਚਲਾਉਣ ਵਾਲੀਆਂ ਚੱਕੀਆਂ ਆਪਾਂ ਹੁਣ ਤੱਕ ਆਪ ਵੇਖੀਆਂ। ਉਹ ਚੱਕੀ ਦੇ 2 ਪੁੜ ਹੁੰਦੇ ਨੇ, ਇੱਕ ਥੱਲੜਾ, ਇੱਕ ਉੱਪਰਲਾ। ਥੱਲੜਾ ਪੁੜ ਜਿਹੜਾ ਉਹ ਥੋੜਾ ਜਿਹਾ ਉੱਚਾ ਕਰਕੇ ਮਿੱਟੀ ਦੀ ਢੇਰੀ ਜੀ ਤੇ ਉੱਤੇ ਪੱਕਾ ਕੀਤਾ। ਉੱਪਰਲਾ ਪੁੜ ਉਹਦੇ ਤੋਂ ਚੁੱਕ ਕੇ ਜੁਦਾ ਹੋ ਜਾਂਦਾ ਹੈ
ਜਦੋਂ ਪੀਸਣੇ ਹੋਣ ਦਾਣੇ ਉਹਦੇ ਤੇ ਫਿਰ ਰੱਖ ਕੇ ਉਹਨੂੰ ਚਲਾ ਲਿਆ ਜਾਂਦਾ। ਥੱਲੜੇ ਵਾਲੇ ਪੁੜ ਦੇ ਬਿਲਕੁਲ ਵਿਚਾਲੇ ਸੈਂਟਰ 'ਚ ਇੱਕ ਲੋਹੇ ਦਾ ਸਰੀਆ ਕਿੱਲੀ ਹੈ, ਉਹ ਤਾਂ ਨਿਕਲਦੀ ਹੈ। ਉੱਪਰਲਾ ਪੁੜ ਜਦੋਂ ਇਹ ਰੱਖ ਦਿਓ, ਉਸ ਕਿੱਲੀ ਦੇ ਆਸ਼ਰਿਤ ਉਹ ਜਦੋਂ ਉਹਨੂੰ ਐ ਘੁਮਾਈ ਜਾਓ ਤੇ ਉਹ ਲੋਹੇ ਦੀ ਕਿੱਲੀ ਦੇ ਆਲੇ ਦੁਆਲੇ ਉਹ ਪੁੜ ਘੁੰਮਦਾ ਰਹਿੰਦਾ। ਹੋਇਆ ਕਿ ਇੱਕ ਮਾਤਾ ਦਾਣੇ ਪੀਸਣ ਲੱਗੀ ਹੈ, ਉਹਨੇ ਚੱਕੀ 'ਚ ਦਾਣੇ ਪਾਏ, ਜਿੰਨੇ ਦਾਣੇ ਪੀਸਣੇ ਸੀ ਪੀਸੇ, ਸਾਰੇ ਦਾਣੇ ਜਿਹੜੇ ਬਰੀਕ ਹੋ ਗਏ, ਪਾਊਡਰ ਬਣ ਗਏ, ਆਟਾ ਬਣ ਗਿਆ। ਕੁਝ ਵੈਸੇ ਦਰੜ ਫਰੜ ਹੋ ਗਏ। ਜਦੋਂ ਸਾਰੇ ਦਾਣੇ ਪੀਸ ਕੇ ਚੱਕੀ ਦਾ ਉੱਪਰਲਾ ਪੁੜ ਚੁੱਕਿਆ, ਕੁਝ ਦਾਣੇ ਜਿਹੜੇ ਉਹ ਅਜੇ ਵੀ ਸਾਬਤ ਨੇ, ਉਹ ਦੋਵਾਂ ਪੁੜਾਂ ਦੇ ਵਿੱਚ ਨਹੀਂ ਆਏ, ਉਹਨਾਂ ਤੇ ਪੁੜਾਂ ਦੀ ਮਾਰ ਨਹੀਂ ਪਈ। ਕਿਸੇ ਨੇ ਲਾਗੋਂ ਪੁੱਛਿਆ ਵੀ ਦਾਣੇ ਤੇ ਵੀ ਪਾਏ ਸੀ, ਇਹ ਕਿਉਂ ਨਹੀਂ ਪੀਛੇ ਗਏ? ਮਾਤਾ ਨੇ ਜਵਾਬ ਦਿੱਤਾ, ਇਸ ਲਈ ਬਚ ਗਏ ਕਿਉਂਕਿ ਜਿਹੜੀ ਉਹ ਵਿੱਚ ਵਾਲੀ ਕਿੱਲੀ ਹੈ, ਇਹ ਉਹਦੇ ਨਾਲ ਜੁੜੇ ਰਹੇ। ਜਿਹੜੇ ਉਹ ਕਿੱਲੀ ਦੇ ਨਾਲ ਦਾਣੇ ਲਾਗੇ ਜੁੜੇ ਰਹਿਣ, ਉਹ ਪੁੜਾਂ ਦੇ ਵਿੱਚ ਮਾਰ 'ਚ ਨਹੀਂ ਆਉਂਦੇ। ਜਿਹੜੇ ਕਿੱਲੀ ਤੋਂ ਹਟ ਕੇ ਥੋੜੇ ਅੰਦਰ ਗਏ, ਚੱਲਦੇ ਹੋਏ ਪੁੜ ਨੇ ਉਹਨੂੰ ਪੀਸ ਕੇ, ਦਰੜ ਕੇ, ਮਲ ਕੇ, ਬਰੀਕ ਕਰਕੇ ਰੱਖ ਦਿੱਤਾ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਰ ਰਹੀ ਸੂਬਰੇ ਨਾਨਕ ਜਬ ਡਿਠ। ਇਹ ਗੁਰਬਾਣੀ 'ਚ ਉਦਾਹਰਣ ਹੈ। ਕਵੀ ਜੀ ਨੇ ਇੱਥੇ ਉਹੀ ਉਦਾਹਰਣ ਮੰਗਲ ਰੂਪ ਵਿੱਚ ਵਰਤੀ। ਗੁਰੂ ਦੇ ਜਿਹੜੇ ਮੇਰੇ ਵਾਸਤੇ ਚਰਨ ਨੇ, ਉਹ ਚੱਕੀ ਦੇ ਹੇਠਲੇ ਪੁੜ ਦੀ ਕਿੱਲੀ ਵਰਗੇ ਨੇ। ਮਨ ਦਾਨੋ ਢਿਗ ਕੀਨ, ਮੇਰਾ ਮਨ ਦਾਣਿਆਂ ਵਰਗਾ, ਜਿਹੜਾ ਮੈਂ ਚਰਨ ਰੂਪ ਕਿੱਲੀ ਦੇ ਨੇੜੇ ਲਾ ਲਿਆ। ਮੋਹਾਦਿਕ ਪਟ ਪਿਠ ਤਨੇ ਰਾਖੇਂਗੇ ਲਖ ਦੀਨ। ਜੋ ਮੇਰੇ ਮਨ ਦੇ ਵਿੱਚ ਬੁਰਾਈਆਂ, ਮੋਹ ਅਤੇ ਆਦਿਕ ਇਹ ਪਟ ਨੇ, ਥਲੜਾ ਤੇ ਉੱਪਰਲਾ, ਮੇਰਾ ਮਨ ਹੁਣ ਉਹਦੇ ਵਿੱਚ ਪੀਸਿਆ ਨਹੀਂ ਜਾਏਗਾ, ਕਿੱਲੀ ਨਾਲ ਲੱਗਾ ਰਹੇਗਾ ਤੇ ਬਚ ਜਾਵੇਗਾ। ਚੌਪਈ ਬਾਲਾ ਕਹੇ ਸੁਨੋ, ਸ਼੍ਰੀ ਅੰਗਦ ਸ਼੍ਰੀ ਗੁਰ ਕਥਾ ਦੇ ਸੁਖ ਸੰਪਦ। ਇਹ ਸਾਰੀ ਕਥਾ ਖਡੂਰ ਸਾਹਿਬ ਦੇ ਮੁਕਾਮ ਤੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾਉਂਦਿਆਂ ਬੇਨਤੀ ਕਰ ਰਹੇ ਨੇ। ਨਿਸਬਾਸੁਰ ਰਾਜ ਹੈ ਉਦਿਆਨਾ, ਜਿਸ ਦਰਸ਼ਨ ਦੁਖਦਾਰ ਦਹਾਨਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਕੀਤਾ? ਪਰਿਵਾਰ ਦੇ ਪੇਕੇ ਜਾਣ ਤੋਂ ਬਾਅਦ ਗੁਰੂ ਮਹਾਰਾਜ ਜੀ ਨਗਰ ਤੋਂ ਬਾਹਰ ਚਲੇ ਜਾਂਦੇ। ਭਗਤ ਜਗਤ ਮੈਂ ਮਗ ਪ੍ਰਗਟਾਵਨ, ਕੋ ਮਤ ਕੋ ਪੰਥ ਕੋ ਦੰਭ ਮਿਟਾਵਨ। ਜਿਹੜੇ ਸਤਿਗੁਰੂ ਜੀ ਭਗਤੀ ਦਾ ਮਾਰਗ ਦੁਨੀਆ ਨੂੰ ਦੱਸਣਾ ਚਾਹੁੰਦੇ ਨੇ, ਪਖੰਡ, ਅਗਿਆਨਤਾ ਇਤਿਆਦਿਕ ਧਰਮ ਦੇ ਨਾਂ ਤੇ ਹੋ ਰਹੀ ਊਚ ਨੀਚ, ਇਹਨੂੰ ਮਿਟਾਉਣਾ, ਖਤਮ ਕਰਨਾ ਚਾਹੁੰਦੇ ਨੇ। ਕੀਰਤ ਨਾਮ ਪ੍ਰਤਾਪ ਵਧਾਵਨ, ਸੁਭ ਮਾਰਗ ਮਾਨਵ ਕੋ ਪਾਵਨ। ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਕੀਰਤੀ ਕਰਨੀ, ਮਾੜੇ ਰਾਹ ਜਾਂਦੇ ਲੋਕਾਂ ਨੂੰ ਚੰਗੇ ਰਸਤੇ ਤੇ ਤੋਰਨਾ। ਇਹ ਬਿਦ ਕੀ ਈਸ਼ਾ ਔਰ ਧਾਰੀ, ਜਪੈ ਨਾਮ ਜੈ ਸੰਤ ਮੁਰਾਰੀ। ਮਹਾਰਾਜ ਜੀ ਨੇ ਇਹ ਖਿਆਲ ਕੀਤਾ ਤੇ ਉਹਨਾਂ ਲੋਕਾਂ ਨਾਲ ਜਾ ਕੇ ਮਿਲਦੇ ਨੇ ਜਿਨ੍ਹਾਂ ਦਾ ਖਿਆਲ ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ ਹੈ। ਮਾਨਨ ਮਨ ਕੋ ਹਾਨਨ ਮਾਨਾ, ਦੀਨਨ ਕੋ ਤਾਰਨ ਭਗਵਾਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗਰੀਬ ਨਿਵਾਜ, ਜਿਨ੍ਹਾਂ ਦਾ ਮਨ ਦਾ ਆਸ਼ਾ ਖਿਆਲ ਇਹੀ ਹੈ। ਦੋਹਰਾ ਜਿਸ ਕੀ ਕਰੁਣਾ ਤੇ ਮੁਝ ਹੈ, ਕਲ ਕੈ ਕਲਖ ਕਲੇਸ਼। ਜਿਨ੍ਹਾਂ ਦੀ ਕਿਰਪਾ ਦੇ ਨਾਲ ਕਲਯੁਗ ਦੇ ਪ੍ਰਭਾਵੀ ਵਿਕਾਰ, ਬੁਰਾਈਆਂ ਮਨੁੱਖ ਦੇ ਨੇੜੇ ਨਹੀਂ ਢੁਕਦੇ। ਕਸ਼ਕ ਕਾਲ ਬੀਤਤ ਭਇਓ, ਧਰੇ ਦੇਹ ਅਸ ਬੈਸ। ਕੁਝ ਕੁ ਸਮਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਸੇ ਤਰ੍ਹਾਂ ਉੱਥੇ ਹੋਇਆ ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਫਿਰ ਲੱਭਦੇ ਨੇ ਇਹੋ ਜਿਹੇ ਲੋਕਾਂ ਨੂੰ, ਵੀ ਜਿਹੜੇ ਲੋਕ ਅਧਿਆਤਮਕ ਦਾ ਮਾਰਗ
ਸਿੱਧ ਕਰਨਾ ਚਾਹੁੰਦੇ ਹੋਣ। ਚਉਪਈ ਸਭੈ ਬਿਲੋ ਕੀ ਬਿਦ ਨਰ ਕਾਹੀ ਪਹਨੀ ਖਬਰ ਤਲਵੰਡੀ ਤਾਹੀ। ਹੁਣ ਪੂਰੀ ਤਲਵੰਡੀ ਦੇ ਵਿੱਚ ਇਹ ਖਬਰ ਫੈਲ ਗਈ, ਸਭ ਨੂੰ ਪਤਾ ਲੱਗਾ ਕਿ ਜੋ ਕੁਝ ਪਿਛਲੇ ਦਿਨਾਂ ਵਿੱਚ ਗੁਰੂ ਸਾਹਿਬ ਜੀ ਨੇ ਕੀਤਾ ਹੈ। ਸੁਨ ਪਰਿਵਾਰ ਪਰਿਓ ਖਬਾਰੂ ਜਨ ਪਨ ਬਨ ਜੈ ਹਨਿਓ ਨਿਹਾਰੂ। ਇਸ ਗੱਲ ਨੂੰ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਕਹਿੰਦਾ ਹੈ ਕਿ ਗੁਰੂ ਮਹਾਰਾਜ ਜੀ ਦਾ ਪਰਿਵਾਰ, ਸਤਿਕਾਰਯੋਗ ਬੀਬੀ ਸੁਲੱਖਣੀ ਜੀ ਦੇ ਮਾਤਾ ਪਿਤਾ ਜੀ ਆਏ, ਛੋਟੇ ਸੁਪੁੱਤਰ ਲਖਮੀ ਦਾਸ ਸਮੇਤ ਉਹਨਾਂ ਨੂੰ ਪੇਕੇ ਲੈ ਗਏ। ਕਾਲੂ ਬੋਲ ਲਿਓ ਮਰਦਾਨਾ ਅਧਿਕ ਸੋਕ ਸੋ ਬਚਨ ਬਖਾਨਾ। ਹੌਲੀ ਹੌਲੀ ਇਸ ਗੱਲ ਦਾ ਪਤਾ ਸੁਲਤਾਨਪੁਰ ਲੋਧੀ ਤੱਕ ਲੱਗਾ। ਪੂਰੇ ਪਿੰਡ 'ਚ ਇਹ ਖਬਰ ਫੈਲੀ। ਉਤੋਂ ਅੱਗੇ ਚੱਲਦੀ ਚੱਲਦੀ ਗੱਲ ਇਹ ਮਹਾਰਾਜ ਜੀ ਦੇ ਆਪਣੇ ਨਗਰ ਰਾਏ ਭੋਏ ਕੀ ਤਲਵੰਡੀ ਪਹੁੰਚੀ। ਪਿਤਾ ਮਹਿਤਾ ਕਾਲੂ ਜੀ ਨੂੰ ਪਤਾ ਲੱਗਾ ਇਹ ਕਿਵੇਂ ਹੋਇਆ। ਪੇਕੇ ਘਰ ਵਿੱਚ ਬੀਬੀ ਸੁਲੱਖਣੀ ਜੀ ਜਾਣ ਆਉਣ 100 ਵਾਰੀ ਜਾਣ, ਇੱਥੇ ਜਾਣਾ ਆਉਣਾ ਬਣਦਾ ਹੈ, ਪਰ ਨਾਰਾਜ਼ਗੀ ਵਿੱਚ, ਗੁੱਸੇ ਵਿੱਚ, ਤਲਖੀ ਵਿੱਚ ਮਾਤਾ ਪਿਤਾ ਆ ਕੇ ਧੀ ਨੂੰ ਪੇਕੇ ਲੈ ਜਾਣ ਤੇ ਇਹਦੇ ਮਾਇਨੇ ਕੁਝ ਹੋਰ ਬਣਦੇ ਨੇ। ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਮਾਤਾ ਪਿਤਾ ਦਾ ਫਿਕਰ ਆਪਣੀ ਥਾਂ ਤੇ ਹੈ, ਮਾਤਾ ਪਿਤਾ ਦੀ ਚਿੰਤਾ ਆਪਣੀ ਥਾਂ ਤੇ। ਇਹ ਵਿਚਾਰ ਕੇ ਪਿਤਾ ਜੀ ਨੇ ਭਾਈ ਮਰਦਾਨਾ ਜੀ ਨੂੰ ਕੋਲ ਸੱਦਿਆ। ਜਾਹੋ ਅਬੈ ਤੂੰ ਪੁਰ ਸੁਲਤਾਨਾ ਬਿਨ ਬਿਲੰਬ ਨਿਜ ਕਰੋ ਪਿਆਨਾ। ਆਖਿਆ ਮਰਦਾਨਾ ਵੀ ਹੁਣ ਨਾ ਤੁਸੀਂ ਜਾਓ ਬਿਨਾਂ ਦੇਰੀ ਤੋਂ, ਸੁਲਤਾਨਪੁਰ ਲੋਧੀ ਪਹੁੰਚੋ, ਉੱਥੇ ਜਾ ਕੇ ਪਤਾ ਕਰੋ ਇਹ ਸਾਰਾ ਕੁਝ ਕਿਉਂ ਹੋਇਆ, ਕਿਵੇਂ ਹੋਇਆ। ਕਾਹੂ ਟਿਗਤੇ ਸੁਨੀ ਕੁਚਾਲੀ ਨਾਨਕ ਕੀਨੋ ਭੇਖ ਕੁਟਾਲੀ। ਜੋ ਕੁਝ ਸੁਣਿਆ, ਜੋ ਕੁਝ ਖਬਰ ਆਈ ਹੈ ਉਹ ਚੰਗੀ ਨਹੀਂ ਆਈ। ਤਜ ਦੀਨੋ ਸਭ ਮੋਦੀ ਖਾਨਾ ਪਇਓ ਫਕੀਰ ਸ਼ੋਰ ਕੁਲ ਕਾਨਾ। ਇਹ ਵੀ ਪਤਾ ਲੱਗਾ ਵੀ ਸਾਹਿਬ ਜੀ ਨੇ ਮੋਦੀ ਖਾਨਾ ਛੱਡਤਾ, ਫਿਰ ਕੰਮਕਾਰ ਸਾਰਾ ਕੁਝ ਛੱਡ ਕੇ ਸਾਧੂਆਂ ਵਾਲਾ ਲਿਬਾਸ ਭੇਖ ਧਾਰਨ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨਗਰ ਤੋਂ ਚਲੇ ਗਏ। ਦੋਹਰਾ ਮਰਦਾਨੇ ਤਤਕਾਲ ਸੁਨ ਕੀਨ ਪਿਆਨੋ ਮਾਨ। ਇਹ ਸੁਣ ਕੇ ਭਾਈ ਮਰਦਾਨਾ ਜੀ ਤਤਕਾਲ ਝਟ ਤਿਆਰ ਹੋਏ। ਆਖਿਆ ਬਾਪੂ ਜੀ ਫਿਕਰ ਨਾ ਕਰੋ, ਮੈਂ ਹੁਣੇ ਜਾ ਕੇ ਸਾਰੀ ਖਬਰ ਲੈ ਕੇ ਆਉਂਦਾ ਹਾਂ। ਨਾਨਕ ਜਨਨੀ ਜਨਕ ਮਨ ਗੁਣ ਹੈ ਅਨਕ ਅਨੁਮਾਨ। ਇਧਰ ਨਾਨਕ ਜਨਨੀ ਭਾਵ ਗੁਰੂ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਉਹ ਆਪਣੇ ਮਨ ਦੇ ਵਿੱਚ ਬੜੀਆਂ ਗਿੱਟੀਆਂ ਗਿਣਦੇ ਨੇ। ਕਈ ਤਰ੍ਹਾਂ ਦੇ ਆਪਣੇ ਅੰਦਰ ਖਿਆਲ ਵਿਚਾਰ ਉਹ ਕੋਈ ਬਣਦੇ ਨੇ, ਕੋਈ ਢਹਿੰਦੇ ਹਨ। ਚਉਪਈ ਟੋਟਾ ਪਇਓ ਦਰਬ ਕੋ ਤਾਸੂ ਕੇ ਧੋਰ ਦਾਤੇ ਕੀਨ ਉਦਾਸੂ। ਕੀ ਕਾਰਨ ਹੋ ਸਕਦਾ ਹੈ ਵੀ ਕੰਮ ਕਾਰ 'ਚ ਕੋਈ ਘਾਟਾ ਪੈ ਗਿਆ, ਜਾਂ ਹੋਰ ਕਿਸ ਗੱਲ ਕਰਕੇ ਮੇਰਾ ਪੁੱਤਰ ਕੰਮ ਕਾਰ ਤੋਂ ਉਦਾਸ ਹੋਇਆ ਹੈ। ਅਤ ਉਧਾਰ ਬੋ ਦਰਬ ਲੁਟਾਇਓ ਹਮ ਜਾਣਤ ਕਸ ਟੋਟਾ ਪਾਇਓ। ਕਿਉਂਕਿ ਪਤਾ ਲੱਗਾ ਹੈ ਬਹੁਤ ਸਾਰੀ ਮਾਇਆ ਉਹਨਾਂ ਗਰੀਬਾਂ ਨੂੰ ਵੰਡੀ ਹੈ। ਬਾਬੇ ਦੇ ਮੋਦੀ ਖਾਨੇ ਤੇ ਜਿਹੜਾ ਆਇਆ ਖਾਲੀ ਨਹੀਂ ਗਿਆ। ਬਹੁਤ ਬਾਰ ਮੈਂ ਸਿਖਵਨ ਦੀਨੀ ਤਨ ਨੇ ਖੋਏ ਏਕ ਨੇ ਚੀਨੀ। ਪਿਤਾ ਜੀ ਨੇ ਬੜੀ ਵਾਰ ਸਮਝਾਇਆ, ਅਸੀਂ ਵੀ ਜੋ ਕਹਿ ਸਕਦੇ ਸਾਂ ਕਿਹਾ, ਸਮਝਾਇਆ, ਭਾਈ ਪੁੱਤਰ ਜੀ ਜਿਹੜਾ ਮਾਇਆ ਦਾ ਹਿਸਾਬ ਕਿਤਾਬ ਹੈ ਨਾ ਉਹ ਪੂਰਾ ਬਰਾਬਰ ਰੱਖੋ। ਲੈਣ ਵਾਲਾ ਲੈਣ ਦਾ ਪਤਾ ਹੋਵੇ ਵੀ ਆਪਾਂ ਕਿਸੇ ਤੋਂ ਆ ਲੈਣਾ, ਦੇਣ ਵਾਲਾ ਦੇਣ ਦਾ ਪਤਾ ਹੋਵੇ। ਤੇ ਜਿਹਦਾ ਵਿਹਾਰ ਲੈਣ ਦੇਣ ਹੀ ਪੱਕਾ ਨਹੀਂ, ਜਿਹਨੂੰ ਇਹ ਨਹੀਂ ਪਤਾ ਜਿਹਦੇ ਦੇਣੇ ਹੈ। ਵੈਸੇ ਨਾ ਇਹ ਦੋਵੇਂ ਚੀਜ਼ਾਂ ਨਹੀਂ ਬੰਦਾ ਭੁੱਲਦਾ, ਜ਼ਿਆਦਾਤਰ ਜਿਹਦੇ ਦੇਣੇ ਹੋਣ ਉਹ ਹੀ ਨਹੀਂ ਚੇਤੇ ਹੁੰਦੇ, ਲੈਣ ਵਾਲੇ ਤੇ ਚੇਤੇ ਹੀ ਹੁੰਦੇ ਨੇ। ਲੈਣ ਵਾਲਿਆਂ ਦਾ ਪਤਾ ਹੁੰਦਾ ਤੇ ਜਿਹਦੇ ਦੇਣੇ ਹੋਣ ਕੋਈ ਨਹੀਂ, ਦੇ ਦਿਆਂਗੇ, ਅੱਜ ਦੇ ਦਿਆਂਗੇ, ਕੱਲ ਦੇ ਦਿਆਂਗੇ, ਐਵੇਂ ਦੇ ਦਿਆਂਗੇ, ਉਦਾਂ ਦੇ ਦਿਆਂਗੇ। ਬੜਾ ਔਖਾ ਕੰਮ, ਇਹਦੇ ਨਾਲੋਂ ਔਖਾ ਕੰਮ ਕੋਈ ਨਹੀਂ। ਕਿਸੇ ਨੂੰ ਪੈਸੇ ਦਿਓ ਪਹਿਲਾਂ, ਉਹ ਤੁਹਾਡੇ ਪੈਸੇ ਖਰਚ ਲੇ,
ਫਿਰ ਉਹਦੇ ਤਰਲੇ ਕੱਢੋ ਤੇ 100 ਬਹਾਨੇ ਮਾਰੋ ਉਹਦੇ ਕੋਲ। ਫਿਰ ਮੈਨੂੰ ਬੜੀ ਜ਼ਰੂਰਤ ਹੈ, ਮੇਰਾ ਆਹ ਕੰਮ ਹੈ, ਤੂੰ ਦੇ, ਆਹ ਕੰਮ ਹੈ, ਦੇ, ਥੋੜੀ ਦੇ, ਏਦਾਂ ਕਰ ਦੇਣਾ। ਤੋ ਇਹ ਦੋਨੋਂ ਕੰਮ ਮਾੜੇ ਨੇ। ਜਿਹਦੇ ਕੋਲ ਲੈਣਾ ਹੈ, ਉਹ ਵੀ ਪਤਾ ਹੋਵੇ, ਉਹ ਵੀ ਉਹਦੇ ਤੋਂ ਲਓ। ਜਿਹਦਾ ਦੇਣਾ ਹੈ, ਉਹ ਵੀ ਸਮੇਂ ਸਿਰ ਦਿਓ। ਕਿਉਂਕਿ ਜੇ ਆਪਾਂ ਲੈਣ ਵਾਲੇ ਤੋਂ ਲਵਾਂਗੇ ਨਹੀਂ ਤੇ ਕੱਲ ਨੂੰ ਕੋਈ ਹੋਰ ਲੋੜਵੰਦ ਹੋਵੇ ਤੇ ਆਪਾਂ ਫਿਰ ਦਵਾਂਗੇ ਕਿੱਥੋਂ। ਦੋਨੋਂ ਕੰਮ ਠੀਕ ਰੱਖਣੇ ਚਾਹੀਦੇ। ਪਰ ਕਈਆਂ ਨੂੰ ਇਹੋ ਜਿਹੀ ਬਿਮਾਰੀ ਹੁੰਦੀ ਹੈ, ਇੰਨੇ ਢੀਠ ਹੋ ਜਾਂਦੇ ਨੇ, ਲੈ ਕੇ ਮੁੜ ਕੇ ਬਸ ਮੁੱਕਰੀ ਜਾਣਾ। ਤੇ ਜੇ ਤੁਸੀਂ ਥੋੜਾ ਜਿਹਾ ਜ਼ਿਆਦਾ ਬੋਲੋ ਤੇ ਫਿਰ ਲੜਾਈ ਤੇ ਉਤਰ ਆਉਣਾ, ਫਿਰ ਅੱਗੋਂ ਗਲ ਪੈਣ ਨੂੰ ਆਉਣਾ, ਲੜਨ ਨੂੰ। ਤੇ ਦੋਨੋਂ ਕੰਮ ਮਾੜੇ ਨੇ। ਦੇਣ ਵਾਲਾ ਹਿਸਾਬ ਦਿੱਤਾ ਜਾਏ, ਲੈਣ ਵਾਲਾ ਲਿਆ ਜਾਏ। ਤੋ ਮਹਾਰਾਜ ਜੀ ਨੂੰ ਬੜੀ ਵਾਰੀ ਕਿਹਾ ਵੀ ਆਪਣਾ ਹਿਸਾਬ ਠੀਕ ਰੱਖਿਓ, ਕਿਉਂਕਿ ਪਿਤਾ ਜੀ ਦੇ ਨਾਲ ਤੇ ਇੱਥੇ ਉੱਚਾ ਨੀਵਾਂ ਚੱਲ ਜਾਂਦਾ ਸੀ। ਉੱਥੇ ਸਾਰਾ ਹਿਸਾਬ ਸਰਕਾਰੀ ਹੈ, ਉੱਚਾ ਨੀਵਾਂ ਹੋਇਆ ਚੱਲਣਾ ਨਹੀਂ। ਰਹਿਤ ਡਰਤ ਜੈ ਤੇ ਦਿਨ ਰਾਤੀ, ਬਣੀ ਬਾਤ ਸੋ ਦੁਖ ਦਾਤੀ। ਤੇ ਇਹ ਅਚਾਨਕ ਕਿਵੇਂ ਹੋਇਆ ਵੀ ਸਾਰਾ ਕੁਝ ਹੀ ਉਥਲ ਪੁਥਲ ਹੋ ਗਿਆ। ਮੋਦੀ ਖਾਨਾ ਵੀ ਛੱਡਤਾ, ਨਵਾਬ ਦੀ ਨੌਕਰੀ ਵੀ ਛੱਡਤੀ, ਘਰ-ਬਾਰ ਛੱਡ ਕੇ ਤੇ ਸਾਧੂ ਸੰਤਾਂ ਨਾਲ ਚਲੇ ਗਏ। ਤੇ ਪਰਿਵਾਰ ਵੀ ਇੱਥੇ ਨਹੀਂ, ਪਰਿਵਾਰ ਵੀ ਪੇਕੇ ਚਲਿਆ ਗਿਆ। ਪੁਰ ਬਸੁਰੇ ਔਰ ਸਿਰ ਤੋਂ ਨਹੀਂ, ਅਨਕ ਕਲਪਨਾ ਮਨ ਮੈਂ ਗੁਨਈ। ਫਿਰ ਇਹ ਆ ਵੀ ਕੋਈ ਗੱਲ ਹੁੰਦੀ ਤੇ ਸਾਡੇ ਨਾਲ ਸਾਂਝੀ ਕਰਦੇ, ਸਾਨੂੰ ਦੱਸਦੇ, ਆਪਾਂ ਉਸ ਗੱਲ ਦਾ ਹੱਲ ਕਰਦੇ। ਸੋਬਾਸੁਰ ਬਿਨ ਅਸਨ ਬਿਤਾਇਓ, ਨਰ ਕਹਿ ਰਹੇ ਨਾਨਨ ਪਾਇਓ। ਹੁਣ ਉਹ ਦਿਨ ਜਿਹੜਾ ਇਸੇ ਤਰ੍ਹਾਂ ਗੁਜ਼ਰ ਗਿਆ। ਮਾਤਾ ਜੀ ਤੇ ਪਿਤਾ ਜੀ ਨਾ ਉਹਨਾਂ ਭੋਜਨ ਛਕਿਆ, ਨਾ ਬੁਰਕੀ ਲੰਘੀ। ਹਰ ਵੇਲੇ ਮਨ ਚੋਂ ਹੀ ਖਿਆਲ ਕਿ ਇਹ ਸਾਰਾ ਕੁਝ ਕਿਉਂ ਹੋ ਗਿਆ। ਦੋਹਰਾ ਸੁਨ ਕਰ ਰਾਏ ਬੁਲਾਰ ਜੋ, ਪਰ ਭੋਦਿਓ ਬਹੁ ਭਾਂਤ। ਇਸ ਤਰ੍ਹਾਂ ਰਾਏ ਬੁਲਾਰ ਜੀ, ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਵੀ ਬੁਲਾਇਆ। ਬੁਲਾ ਕੇ ਉਹਨਾਂ ਸਮਝਾਇਆ ਕਿ ਫਿਕਰ ਨਾ ਕਰ, ਏਦਾਂ ਨਹੀਂ ਹੋ ਸਕਦਾ। ਗੁਰੂ ਨਾਨਕ ਮਹਾਰਾਜ ਜੀ ਦਾ ਕੀਤਾ ਕਦੀ ਮਾੜਾ, ਕਦੀ ਝੂਠਾ, ਕਦੀ ਗਲਤ ਨਹੀਂ ਹੋਇਆ ਤੇ ਨਾ ਹੀ ਹੁਣ ਹੋਇਆ ਹੋਏਗਾ। ਨਾਨਕ ਦਿਸ ਤੈ ਆਪ ਤੂੰ, ਕਛ ਨਾ ਚਿੰਤ ਕਰ ਗਾਤ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਰੱਤੀ ਭਰ ਕੋਈ ਚਿੰਤਾ ਨਾ ਕਰੋ। ਗੁਰੂ ਮਹਾਰਾਜ ਜੀ ਤੇ ਦੂਜਿਆਂ ਦੀ ਚਿੰਤਾ ਮਿਟਾਉਣ ਵਾਲੇ ਹਨ। ਚਉਪਈ ਨਾਨਕ ਕਾਰਨ ਕਰਨ ਸੁਤੰਤਰ, ਮਨ ਮਾ ਜਾਨੋ ਕਹਿ ਕੋ ਨ ਪ੍ਰਤੰਤਰ। ਜੋ ਕੁਝ ਸੁਣਿਆ, ਸੁਣ ਕੇ ਮੈਨੂੰ ਵੀ ਦੁੱਖ ਲੱਗਾ, ਪਰ ਇਹ ਸੱਚ ਨਹੀਂ ਹੈ। ਜੋ ਕੁਝ ਲੋਕਾਂ ਨੇ ਕਿਹਾ ਇਹ ਠੀਕ ਨਹੀਂ ਹੋਏਗਾ। ਜੋ ਕਿਛ ਕਾਰਜ ਕਰਹਿ ਭਲਾ, ਸੋ ਸੁਖ ਸਾਗਰ ਭਰ ਦੇਹ ਕਲਾ ਸੋ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਕੀਤਾ ਉਹ ਭਲਾ ਹੈ। ਗੁਰੂ ਮਹਾਰਾਜ ਜੀ ਗਲਤ ਮਾੜਾ ਕਰ ਹੀ ਨਹੀਂ ਸਕਦੇ। ਇਹ ਬਿਦ ਧੀਰਜ ਦੇ ਕਰ ਰਾਓ, ਚੇਤੇ ਸ੍ਰੀ ਗੁਰ ਹਿਰਦੈ ਸੁਭਾਓ। ਇਸ ਤਰੀਕੇ ਦੇ ਨਾਲ ਰਾਏ ਬੁਲਾਰ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਹੌਸਲਾ ਦਿੱਤਾ। ਪੁਰ ਦਰਸ਼ਨ ਕੀ ਚਾਹਨ ਥੋੜੀ, ਚਾਤ੍ਰਿਕ ਸਵਾਤੀ ਚੰਦ ਚਕੋਰੀ। ਫਿਰ ਪੂਰੇ ਨਗਰ ਵਾਸੀਆਂ ਦੇ ਰਾਏ ਬੁਲਾਰ ਜੀ ਦੇ ਮਨ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਘ। ਕਿੰਨਾ ਚਿਰ ਹੋ ਗਿਆ ਮਹਾਰਾਜ ਜੀ ਨੂੰ ਗਿਆ ਨੂੰ, ਮੁੜ ਕੇ ਸਾਨੂੰ ਦਰਸ਼ਨ ਨਹੀਂ ਹੋਏ। ਸਭਨ ਬੇਦੀਨ ਅਚਰਜ ਮਾਨਾ, ਕੋ ਕਾਰਨ ਪਾ ਜਾਏ ਨ ਜਾਨਾ। ਸਾਰੇ ਜਿਹੜੇ ਬੇਦੀ ਉਹ ਹੈਰਾਨ ਹੋਏ, ਅਚਰਜ ਹੋਇਆ ਕੀ ਕਾਰਨ ਹੋਏਗਾ। ਭਾਵ ਜਿੰਨਾ ਕੁਟੰਬ ਕਬੀਲਾ ਮਹਾਰਾਜ ਜੀ ਦੇ ਪਰਿਵਾਰ ਦਾ, ਸਾਰੇ ਬੜੇ ਦੁਖੀ ਹੋਏ ਵੀ ਏਦਾਂ ਕਿਵੇਂ ਹੋ ਗਿਆ। ਸੰਪਤ ਸਰਬ ਪ੍ਰਕਾਰ ਵਿਸਾਲਾ, ਹੋ ਤੋ ਸੋਤ ਦਿਖਾਏ ਨਿਰਪਾਲਾ। ਚਲੋ ਜੇ ਮਾਇਆ ਦਾ ਕੋਈ ਘਾਟਾ ਪਿਆ ਜਾਂ ਥੋੜਾ ਬਹੁਤ ਦੇਣ ਲੈਣ ਉੱਤੇ ਥੱਲੇ ਹੋ ਗਿਆ ਤੇ ਕੋਈ ਨਹੀਂ, ਆਪਾਂ ਕਰ ਲੈਂਦੇ। ਘੱਟੋ ਘੱਟ ਪਰਿਵਾਰ ਵਾਲਾ ਕੰਮ ਵਿਗੜਨਾ ਇਹ ਜਿਹੜਾ ਠੀਕ ਨਹੀਂ ਹੈ। ਤਲਵੰਡੀ ਬਿਰਤਾਂ ਤੈਸੈ, ਸੁਨੋ ਗਇਓ ਮਰਦਾਨਾ ਜੈਸੇ। ਇਸ ਤਰ੍ਹਾਂ ਜੋ ਕੁਝ ਗੱਲਬਾਤ ਸੁਣੀ, ਪਿਤਾ ਜੀ ਨੇ ਸਮਝਾਈ। ਸਾਰਾ ਕੁਝ ਸੁਣ ਕੇ ਸਮਝ ਕੇ ਬੜੀ ਕਾਹਲੀ ਦੇ ਨਾਲ ਭਾਈ ਮਰਦਾਨਾ ਜੀ ਰਾਏ ਭੋਏ ਦੀ ਤਲਵੰਡੀ ਤੋਂ
ਸੁਲਤਾਨਪੁਰ ਲੋਧੀ ਵੱਲ ਨੂੰ ਤੁਰ ਪਏ। ਰਾਖ ਨਾਨਕੀ ਕੇਰਨ ਕੇਤੂ ਪ੍ਰਭ ਸੇ ਕੁਸ਼ਲ ਲੈਨ ਕੇ ਤੂ। ਵਾਹੁਦਾਈ ਸਫ਼ਰ ਤੈਅ ਕਰਕੇ ਪਹੁੰਚੇ ਨੇ ਭੈਣ ਨਾਨਕੀ ਜੀ ਦੇ ਘਰ। ਪਹਿਲਾਂ ਜਾ ਕੇ ਉਹਨਾਂ ਨੂੰ ਨਮਸਕਾਰ ਕੀਤੀ। ਜਾਏ ਦੁਆਏ ਕਹੀ ਬਿਦਨੀ ਕੀ ਬੈਸਿਓ ਬਹੁਰ ਪ੍ਰਭਾ ਜੇ ਫੀਕੀ। ਤੇ ਬੈਠ ਕੇ ਨਾ ਦੇਖੋ ਬਚਨ ਕਿੱਡੇ ਪਿਆਰੇ ਆਉਂਦੇ ਨੇ ਕਿ ਜਾਏ ਦੁਆਏ ਕਹੀ ਬਿਦਨੀ ਕੀ। ਭਾਈ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਜੀ ਤੋਂ 7 ਵਰੇ ਉਮਰ ਵਿੱਚ ਵੱਡੇ ਨੇ। 7 ਵਰੇ। ਭੈਣ ਨਾਨਕੀ ਜੀ ਗੁਰੂ ਨਾਨਕ ਮਹਾਰਾਜ ਜੀ ਤੋਂ 5 ਵਰੇ ਉਮਰ 'ਚ ਵੱਡੇ ਨੇ। ਭਾਈ ਮਰਦਾਨਾ ਜੀ ਭੈਣ ਨਾਨਕੀ ਤੋਂ 2 ਵਰੇ ਉਮਰ 'ਚ ਵੱਡੇ ਨੇ। ਤੇ ਰਿਸ਼ਤਾ ਕੀ ਹੈ? ਰਿਸ਼ਤਾ ਭੈਣ ਭਰਾਵਾਂ ਤੋਂ ਵੀ ਵੱਧ ਹੈ। ਜੇ ਭੈਣ ਨਾਨਕੀ ਜੀ ਸਤਿਗੁਰੂ ਜੀ ਗੁਰੂ ਨਾਨਕ ਮਹਾਰਾਜ ਜੀ ਦੇ ਭੈਣ ਨੇ ਤੇ ਭਾਈ ਮਰਦਾਨਾ ਜੀ ਵੀ ਇਸੇ ਰਿਸ਼ਤੇ ਨਾਲ ਵਰਤਦੇ। ਤੇ ਵੱਡਾ ਭਰਾ ਹੋਣ ਦੇ ਨਾਤੇ ਜਾਏ ਦੁਆਏ ਕਹੀ ਬਿਦ ਨੀਕੀ, ਆਪਣੀ ਛੋਟੀ ਭੈਣ ਨੂੰ ਅਸੀਸ ਦਿੱਤੀ ਹੈ। ਕਿਉਂਕਿ ਜਿਹੜੇ ਛੋਟੇ ਭੈਣ ਭਰਾ ਹੁੰਦੇ ਨੇ ਨਾ ਆਪਣੇ ਤੋਂ, ਭੈਣ ਹੋਵੇ ਛੋਟੀ, ਭਰਾ ਹੋਵੇ ਛੋਟਾ, ਇਹ ਬੱਚਿਆਂ ਵਰਗੇ ਹੁੰਦੇ ਨੇ। ਤੇ ਜਿਹੜੇ ਵੱਡੇ ਹੁੰਦੇ ਨੇ ਇਹ ਮਾਪਿਓ ਸਮਾਨ ਹੁੰਦੇ ਨੇ। ਮਾਪਿਓ ਆਪਣੀ ਥਾਂ ਤੇ ਹੁੰਦੇ ਨੇ। ਮਾਪਿਓ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਵੱਡੇ ਭੈਣ ਭਰਾ ਸਾਂਭਦੇ ਨੇ, ਕਿਉਂਕਿ ਘਰ 'ਚ ਵੱਡੇ ਹੁੰਦੇ ਨੇ। ਤੁਸੀਂ ਇੱਕ ਚੀਜ਼ ਸਮਾਜ ਵਿੱਚ ਵੇਖਦੇ ਆ ਨਾ, ਜਦੋਂ ਕਿਸੇ ਦੇ ਪਿਤਾ ਦਾ ਅਕਾਲ ਚਲਾਣਾ ਹੁੰਦਾ ਹੈ, ਦਸਤਾਰ ਦੀ ਰਸਮ ਹੁੰਦੀ ਹੈ, ਤੇ ਦਸਤਾਰ ਕਿਹਨੂੰ ਬੰਨੀ ਜਾਂਦੀ ਹੈ? ਜਿਹੜਾ ਵੱਡਾ ਪੁੱਤਰ ਹੋਵੇ। ਉਹਦਾ ਭਾਵ ਕਿ ਹੁਣ ਪਿਤਾ ਦੇ ਥਾਂ ਤੇ ਤੇਰੀ ਜ਼ਿੰਮੇਵਾਰੀ ਹੈ। ਤੇ ਉਹ ਫਿਰ ਛੋਟਿਆਂ ਨੂੰ ਛੋਟੇ ਭੈਣ ਭਰਾਵਾਂ ਵਾਂਗੂ ਨਹੀਂ, ਆਪਣੇ ਬੱਚਿਆਂ ਦੀ ਨਿਗਾਹ ਨਾਲ ਵੇਖਦਾ ਵੀ ਬਾਪੂ ਹੁੰਦੇ ਆ ਇਹਨਾਂ ਨੂੰ ਕਿਸ ਤਰ੍ਹਾਂ ਸੁੱਖ ਪਿਆਰ ਸਨੇਹ ਮਿਲਦਾ ਸੀ, ਬਾਪੂ ਤੋਂ ਬਾਅਦ ਉਹਦੇ 'ਚ ਤੋਟ ਨਾ ਆਵੇ। ਸਿਆਣੇ ਇਸ ਗੱਲ ਨੂੰ ਸਮਝਦੇ ਨੇ ਕਿ ਸਾਰੀ ਖੇਡ ਜਿਹੜੀ ਉਹ ਮੰਨਣ ਤੇ ਸਮਝਣ ਤੇ ਹੈ। ਕੋਈ ਸਮਝੇ ਤੇ ਠੀਕ ਹੈ, ਨਾ ਸਮਝੇ ਤੇ ਫਿਰ ਕੀ ਅਹਿਮੀਅਤ ਹੈ ਰਿਸ਼ਤੇ ਦੀ? ਨਾ ਸਮਝੋ ਤੇ ਕੋਈ ਵੀ ਕੁਝ ਨਹੀਂ, ਸਮਝੋ ਤੇ ਸਾਰਾ ਕੁਝ। ਭਾਈ ਮਰਦਾਨਾ ਜੀ ਜਾ ਕੇ ਮਿਲੇ ਨੇ, ਨਮਸਕਾਰ ਕੀਤੀ। ਭੈਣ ਨਾਨਕੀ ਜੀ ਅੱਗੋਂ ਦੀ ਆਏ, ਮਰਦਾਨਾ ਜੀ ਆਏ ਨੇ, ਪਿਆਰ ਕੀਤਾ। ਭਾਈ ਮਰਦਾਨਾ ਜੀ ਨੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ, ਆਸੀਸ ਦਿੱਤੀ। ਹਮੇਸ਼ਾ ਸੁਖੀ ਰਹਿ ਭੈਣੇ, ਸੁਖੀ ਵਸੇ। ਸਰਬ ਪ੍ਰਕਾਰ ਕੀਨ ਸਤਕਾਰਾ, ਬਦਨ ਨਾਨਕੀ ਬਚਨ ਉਚਾਰਾ। ਇਸ ਤਰੀਕੇ ਦੇ ਨਾਲ ਬੜਾ ਸਤਿਕਾਰ ਕੀਤਾ ਭਾਈ ਮਰਦਾਨਾ ਜੀ ਦਾ। ਭੈਣ ਨਾਨਕੀ ਨੇ, ਭਾਈ ਅਜੈ ਰਾਮ ਜੀ ਨੇ ਫਿਰ ਸਤਿਕਾਰ ਨਾਲ ਬਿਠਾਇਆ, ਬਿਠਾ ਕੇ ਜਲ ਪਾਣੀ ਛਕਾਇਆ। ਦੇਹ ਕੁਸ਼ਲ ਤਲਵੰਡੀ ਨਗਰੀ, ਬੌਰ ਜਨਕ ਜਨਨੀ ਕੀ ਸਗਰੀ। ਭੈਣ ਨਾਨਕੀ ਜੀ ਨੇ ਪੁੱਛਿਆ, ਮਰਦਾਨਾ ਜੀ ਤਲਵੰਡੀਓਂ ਆਏ ਹੋ, ਦੱਸੋ ਪਰਿਵਾਰ ਦਾ ਕੀ ਹਾਲ ਹੈ? ਬਾਪੂ ਜੀ ਦਾ, ਮਾਤਾ ਜੀ ਦਾ, ਚਾਚੀ ਚਾਚਾ ਜੀ, ਰਾਏ ਬੁਲਾਰ ਜੀ, ਤੁਹਾਡੇ ਪਰਿਵਾਰ ਵਿੱਚ ਸਾਰੇ ਕਿੱਦਾਂ ਨੇ? ਸਾਰਿਆਂ ਦਾ ਕੀ ਹਾਲ ਚਾਲ ਹੈ? ਸਰਬ ਕੁਸ਼ਲ ਸੋ ਰਾਏ ਸਰੀਰਾ, ਨਿਜ ਆਵਨ ਹਿਤ ਕਹੋ ਮਤ ਧੀਰਾ। ਸਰਬ ਕੁਸ਼ਲ ਰਾਏ ਸਰੀਰ। ਰਾਏ ਬੁਲਾਰ ਜੀ ਦਾ ਕੀ ਹਾਲ ਹੈ? ਵਡੇਰੀ ਉਮਰ ਹੈ ਉਹਨਾਂ ਦੀ, ਸਰੀਰ ਤੰਦਰੁਸਤ ਹੈ, ਰਾਜੀ ਖੁਸ਼ ਨੇ। ਸੁਨ ਮਰਦਾਨੇ ਬਚਨ ਬਖਾਨਾ, ਸਰਬ ਪ੍ਰਕਾਰ ਕੁਸ਼ਲ ਤੈ ਥਾਨਾ। ਸੁਣ ਕੇ ਕਹਿਣ ਲੱਗੇ ਨੇ ਭੈਣ ਨੂੰ, ਆਖਣ ਲੱਗੇ, ਭੈਣੇ ਸਾਰਾ ਕੁਝ ਰਾਜੀ ਖੁਸ਼ ਹੈ, ਮਾਤਾ ਪਿਤਾ ਜੀ ਸਾਰੇ ਜੀ ਜੰਤ ਬੜੇ ਸੁਖੀ ਨੇ, ਪ੍ਰਸੰਨ ਹਨ, ਖੁਸ਼ ਹਨ। ਮਮ ਆਵਨ ਕੋ ਲਖੋ ਨਿਦਾਨਾ, ਤੋਰ ਜਨਕ ਸੁਨਿਓ ਏਵ ਕਾਨਾ। ਤੇ ਹੁੰਦਾ ਕੀ ਹੈ, ਜਿਹੜੇ ਸਿਆਣੇ ਲੋਕ ਨੇ ਨਾ, ਉਹ ਬੜੀ ਤਹਿਜ਼ੀਬ ਨਾਲ ਗੱਲ ਕਰਦੇ ਨੇ। ਗੱਲ ਕਰਨ ਦਾ ਢੰਗ ਤਰੀਕਾ ਜਿਹੜਾ ਨਾ, ਉਹਦੇ 'ਚ ਸਾਰਾ ਕੁਝ ਲੁਕਿਆ ਛਿਪਿਆ ਹੁੰਦਾ ਹੈ। ਇਹ ਹੈ ਵੀ ਹੁਣ ਜਾਂਦਿਆਂ ਹੀ ਸਾਓ ਸਾਈ ਹੋਏ ਹੁੰਦੇ ਤੇ ਬੂਹਾ ਖੋਲਦਿਆਂ ਹੀ ਜਾ ਕੇ ਸ਼ੁਰੂ ਹੋ ਜਾਂਦੇ ਵੀ ਪਿਤਾ ਜੀ ਬੜੇ ਫਿਕਰ 'ਚ ਨੇ, ਮਾਤਾ ਜੀ ਬੜੇ ਫਿਕਰ 'ਚ ਨੇ, ਕੀ ਹੋਇਆ, ਕਿੱਦਾਂ ਹੋਇਆ। ਤੇ ਇਹ ਤਹਿਜ਼ੀਬ ਨਹੀਂ ਹੁੰਦੀ ਗੱਲ ਕਰਨ ਦੀ। ਕੋਈ ਵੀ ਗੱਲ ਹੈ, ਖੁਸ਼ੀ ਦੀ, ਗਮੀ ਦੀ, ਸੁੱਖ ਦੀ, ਦੁੱਖ ਦੀ, ਉਹਦਾ ਤਰੀਕਾ ਇਹ ਹੈ, ਪਹਿਲਾਂ ਜਾ ਕੇ ਮਿਲੋ, ਮਿਲ ਕੇ ਗੱਲਬਾਤ ਕਰੋ, ਹਾਲ ਚਾਲ ਪੁੱਛੋ, ਬੜੀ ਹਲੇਮੀ ਨਾਲ, ਪਿਆਰ ਨਾਲ, ਹੌਲੀ ਹੌਲੀ ਗੱਲ ਸ਼ੁਰੂ ਕਰਕੇ ਫਿਰ ਗੱਲ ਦੱਸੋ।
ਤੇ ਪੁੱਛੋ ਵੀ ਇਹ ਕਿਵੇਂ ਹੈ। ਬੜੇ ਪ੍ਰੇਮ ਨਾਲ ਬੈਠੇ, ਸਭ ਦੀ ਸੁੱਖ ਸਾਂਦ ਪੁੱਛੀ ਉਧਰ ਉਧਰੀ। ਤੇ ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਭੈਣ ਜੀ ਤੁਸੀਂ ਦੱਸੋ, ਇੱਥੇ ਸਭ ਠੀਕ ਹੈ? ਤੁਹਾਡਾ ਪਰਿਵਾਰ, ਸਤਿਗੁਰੂ ਜੀ, ਗੁਰੂ ਮਹਾਰਾਜ ਜੀ ਦਾ ਪਰਿਵਾਰ, ਉਹਨਾਂ ਬਾਰੇ ਦੱਸਣਾ ਕਰੋ। ਸ਼੍ਰੀ ਨਾਨਕ ਤਜ ਮੋਦੀ ਖਾਨਾ, ਵੇਖ ਫਕੀਰ ਸਰੀਰੇ ਠਾਨਾ। ਥੋੜਾ ਜਿਹਾ ਪਤਾ ਲੱਗਾ ਸੀ ਪਿੰਡ ਵਿੱਚ ਪਿਤਾ ਜੀ ਨੂੰ, ਮਾਤਾ ਜੀ ਨੂੰ, ਕਿ ਕਿਸੇ ਕਾਰਨ ਗੁਰੂ ਮਹਾਰਾਜ ਜੀ ਨੇ ਮੋਦੀ ਖਾਨਾ ਛੱਡ ਦਿੱਤਾ। ਕਿਉਂ ਛੱਡਿਆ? ਕੀ ਕਾਰਨ ਹੋਇਆ ਇਹਦਾ? ਮੋਦੀ ਖਾਨਾ ਛੱਡ ਕੇ ਮਹਾਰਾਜ ਫਿਰ ਸਾਧੂਆਂ ਵਾਲਾ ਭੇਖ ਬਣਾ ਕੇ ਤੇ ਕਿਤੇ ਚਲੇ ਗਏ ਨੇ। ਇਸ ਤਰ੍ਹਾਂ ਦਾ ਕੁਝ ਸੁਣਿਆ। ਕੀ ਹੋਇਆ? ਇਹ ਸਾਰੀ ਗੱਲ ਤੁਸੀਂ ਦੱਸੋ। ਮੁਝ ਬੁਲਾਏ ਸੁਧ ਲੇਵਨ ਹੇਤੂ, ਪਠਿਓ ਦ੍ਰਤ ਬੇਦੀ ਕੁਲ ਕੇਤੂ। ਪਿਤਾ ਜੀ ਨੇ ਇਹ ਖਬਰ ਲੈਣ ਵਾਸਤੇ ਮੈਨੂੰ ਇੱਥੇ ਭੇਜਿਆ ਹੈ। ਕਮਲ ਬਦਨ ਹੈ ਅਬ ਕਹਿ ਜਾਈ, ਬੂਝ ਲਿਓ ਸੁਧ ਤਬ ਤਿਨ ਤਾਈ। ਨਾਲੇ ਪਰਿਵਾਰ ਦਾ ਦੱਸੋ। ਛੋਟੇ ਸੁਪੁੱਤਰ ਦਾ ਜਨਮ ਹੋਇਆ, ਮਾਤਾ ਪਿਤਾ ਨੇ ਆਉਣਾ ਹੈ ਵੇਖਣ ਵਾਸਤੇ ਲక్ష్ਮੀ ਦਾਸ ਜੀ ਨੂੰ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਨਾ। ਇਹ ਸਾਡੇ 'ਚ ਬੜੀ ਭੈੜ ਹੈ ਅੱਜ ਸਮਾਜ ਵਿੱਚ। ਇਹ ਸਾਨੂੰ ਅੱਜ ਸਮਝ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲੇ ਭੇਜਨੇ ਆ, ਕਲਾਸਾਂ 'ਚ ਭੇਜਨੇ ਆ, ਟਿਊਸ਼ਨ ਭੇਜਨੇ ਆ, ਜਿੱਥੋਂ ਉਹਨਾਂ ਨੇ ਦੁਨਿਆਵੀ ਵਿੱਦਿਆ ਲੈਣੀ ਹੈ। ਪਰ ਜਿੱਥੋਂ ਉਹਨਾਂ ਨੇ ਸੰਸਕਾਰ ਲੈਣੇ ਨੇ ਉੱਥੇ ਨਹੀਂ ਭੇਜਦੇ। ਅੱਜ ਦੇ ਬੱਚਿਆਂ ਕੋਲ ਸੰਸਕਾਰਾਂ ਦੀ ਵੱਡੀ ਘਾਟ ਕੀ ਹੈ? ਕਿਉਂਕਿ ਬੱਚੇ ਆਪਣੇ ਬਜ਼ੁਰਗਾਂ ਕੋਲ ਨਹੀਂ ਬੈਠਦੇ, ਦਾਦਾ ਦਾਦੀ ਕੋਲ ਨਹੀਂ ਬੈਠਦੇ, ਨਾਨਾ ਨਾਨੀ ਕੋਲ ਨਹੀਂ ਬੈਠਦੇ। ਤੇ ਕੀ ਆਖੀ ਉਹਨਾਂ ਮਾਵਾਂ ਨੂੰ ਜਿਹੜੇ ਨਿਆਣਿਆਂ ਨੂੰ ਦਾਦਾ ਦਾਦੀ ਕੋਲ ਬਹਿਣ ਹੀ ਨਹੀਂ ਦਿੰਦੇ? ਉਹਨਾਂ ਦੇ ਮਨਾਂ 'ਚ ਜ਼ਹਿਰ ਭਰਿਆ ਹੁੰਦਾ। ਨਹੀਂ ਨਹੀਂ, ਬੱਚੇ ਵੱਡਿਆਂ ਕੋਲ ਬੈਠਣਗੇ, ਗੁਣ ਸਿੱਖਣਗੇ। ਸਿਆਣੇ ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਆਪਣੀ ਧੀ ਤੇ ਜਵਾਈ ਨਾਲੋਂ ਦੋਤਾ ਦੋਤੀ ਜ਼ਿਆਦਾ ਚੰਗੇ ਲੱਗਦੇ ਨੇ। ਨੌ ਪੁੱਤ ਨਾਲੋਂ ਆਪਣਾ ਪੋਤਰਾ ਪੋਤਰੀ ਜ਼ਿਆਦਾ ਚੰਗੇ ਲੱਗਦੇ ਨੇ। ਪਰ ਹੁਣ ਨੌਵਾਂ ਦੇ ਮਨ ਵਿੱਚ ਪਤਾ ਨਹੀਂ ਕੀ ਹੁੰਦਾ। ਸਹੁਰੇ ਘਰ ਵੀ ਬੈਠੀਆਂ ਕਈ ਵਾਰ ਨਾਨੀ ਨਾਨੇ ਦੇ ਗੀਤ ਤੇ ਨਿਆਣਿਆਂ ਨੂੰ ਸੁਣਾਉਣਗੀਆਂ, ਪਰ ਕੀ ਮਜਾਲ ਹੈ ਮੂੰਹ ਦਾਦੀ ਤੇ ਦਾਦਾ ਕੁਝ ਨਿਕਲ ਜੇ ਇਹੋ ਜਿਹਾ। ਨਹੀਂ ਨਹੀਂ, ਇਹ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਮਨ 'ਚ ਜਿਹੋ ਜਿਹਾ ਪਾਓਗੇ ਉਹੋ ਜਿਹਾ ਅੱਗੇ ਉਹਨਾਂ ਦਾ ਸੰਸਕਾਰ ਬਣਨਾ ਹੈ। ਉਹ ਕੁਝ ਅੱਗੇ ਵੇਖਿਆ ਇੱਕ ਵਾਰੀ ਇਸ ਤਰ੍ਹਾਂ ਇੱਕ ਕਿਤੇ ਗਾਥਾ ਪੜ੍ਹੀ ਸੀ ਕਿ ਕਿਸੇ ਨੇ ਆਪਣੇ ਬੱਚੇ ਨੂੰ ਪੁੱਛਿਆ ਤੂੰ ਵੱਡਾ ਹੋ ਕੇ ਕੀ ਕਰੇਗਾ? ਚਲੋ ਕਿਸੇ ਦੀ ਇੱਛਾ ਕੋਈ ਹੁੰਦੀ ਹੈ, ਕੋਈ ਫਿਰ ਸਾਡੇ ਲਈ ਕੀ ਕਰੇਗਾ, ਸਾਡੇ ਵਾਸਤੇ ਕੀ ਕਰੇਗਾ ਵੱਡਾ ਹੋ ਕੇ? ਉਹਨੇ ਕਿਹਾ ਵੀ ਤੁਹਾਡੇ ਵਾਸਤੇ ਕਰਾਂਗਾ ਇਹ ਵੀ ਜਿੱਥੇ ਤੁਸੀਂ ਰਹਿੰਦੇ ਹੋਗੇ ਘਰ ਦੇ ਨੇੜੇ ਤੁਹਾਡੀ ਰਿਹਾਇਸ਼ ਲਈ ਮੰਦਿਰ ਬਣਵਾ ਦਿਆਂਗਾ। ਛੋਟਾ ਬੱਚਾ ਇਹ ਜਵਾਬ ਦਿੰਦਾ। ਮਾਪਿਓ ਨੇ ਪੁੱਛਿਆ ਮੰਦਿਰ ਕਾਹਦੇ ਲਈ? ਉਹਨੇ ਕਿਹਾ ਜਦੋਂ ਆਪਾਂ ਕਿਤੇ ਜਾਂਦੇ ਹਾਂ ਤੇ ਤੁਸੀਂ ਦਾਦੀ ਦਾਦੇ ਨੂੰ ਕਹਿ ਦਿੰਦੇ ਹੋ ਨਾ ਮੰਦਿਰ ਚਲੇ ਜਿਓ, ਨਾਲੇ ਉੱਥੇ ਪੂਜਾ ਕਰਿਓ, ਮੱਥਾ ਟੇਕ, ਭੰਡਾਰੇ 'ਚ ਰੋਟੀ ਖਾਇਓ। ਉਹਨਾਂ ਨੂੰ ਦੂਰ ਕਿੰਨੀ ਜਾਣਾ ਪੈਂਦਾ, ਤੇ ਮੈਂ ਤੁਹਾਡੇ ਲਈ ਨੇੜੇ ਬਣਾ ਦਿਆਂਗਾ ਤਾਂ ਕਿ ਤੁਹਾਨੂੰ ਦੂਰ ਨਾ ਜਾਣਾ ਪਏ। ਇਹ ਸੰਸਕਾਰ ਨੇ। ਤੁਸੀਂ ਆਪਣੇ ਵਡੇਰਿਆਂ ਦੇ ਪ੍ਰਤੀ ਬੱਚਿਆਂ ਨੂੰ ਜੋ ਸਿਖਾਓਗੇ ਉਹ ਕੁਝ ਤੁਹਾਡੇ ਆਪਣੇ ਸਾਹਮਣੇ ਆਉਣਾ ਹੀ ਆਉਣਾ। ਇਹ ਕਾਲ ਚੱਕਰ ਹੈ। ਸਭ ਚੀਜ਼ ਰੋਟੇਸ਼ਨ ਹੋ ਕੇ ਰੋਟੇਟ ਹੋ ਕੇ ਉੱਥੇ ਹੀ ਆਉਂਦੀ ਹੈ, ਉੱਥੇ ਹੀ ਆਉਣਾ ਸਾਰਾ ਕੁਝ। ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਨੇ ਹਾਂ ਨਾ ਇਹ ਨਹੀਂ ਨਹੀਂ ਦਾਦਾ ਦਾਦੀ ਨਹੀਂ, ਉਹਨਾਂ ਕੋਲ ਨਹੀਂ ਬਹਿਣਾ, ਉਹਨਾਂ ਦੀ ਗੱਲ ਨਹੀਂ ਸੁਣਨੀ, ਉਹ ਸੰਸਕਾਰ ਬਣਨਾ ਉਹਨਾਂ ਦਾ। ਉਹ ਸੰਸਕਾਰ ਫਿਰ ਉਹੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਅੱਗੇ ਸਿਖਾਉਣਾ। ਇਸ ਵਾਸਤੇ ਇਹ ਬੜਾ ਜ਼ਰੂਰੀ ਹੈ। ਤੋ ਦਾਦਾ ਦਾਦੀ ਜੀ, ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਜੀ ਪੁੱਛ ਰਹੇ ਸੀ ਵੀ ਪਤਾ ਲੱਗਾ ਸੁਪੁੱਤਰ ਦਾ ਜਨਮ ਹੋਇਆ, ਪੋਤਰਾ ਆਇਆ ਸੁੱਖ ਨਾਲ। ਇਹ ਸੋਚ ਰਹੇ ਸਾਂ ਕਿ 1.25 ਮਹੀਨੇ ਦਾ ਹੋ ਜੇ ਤੇ ਫਿਰ ਜਾਈਏ।
ਉਹਦੇ ਨਾਲ 2 ਦਿਨ 4 ਦਿਨ ਰਹਿ ਕੇ ਖੇਡ ਖੜਾ ਕੇ ਲਾਡ ਲਡਾ ਕੇ ਆਈਏ। ना तुरजे विद की सुध होए, मुझे बतावो तुम कह सोए। ਇਹ ਸਾਰਾ ਕੁਝ ਕੀ ਹੋਇਆ, ਕਿਉਂ ਹੋਇਆ, ਭੈਣ ਜੀ ਸਾਰਾ ਕੁਝ ਮੈਨੂੰ ਦੱਸਣਾ ਕਰੋ। सुन कर सो तुमरे पित माता, जाए बताऊं ज्यों कुछ लाता। ਤੇ ਫਿਰ ਤੁਸੀਂ ਦੱਸੋ ਤੁਹਾਡੇ ਤੋਂ ਵੱਧ ਸਿਆਣਾ ਕੌਣ ਹੈ? ਜੋ ਤੁਸੀਂ ਦੱਸੋਗੇ ਉਹੀ ਕੁਝ ਮੈਂ ਜਾ ਕੇ ਬੇਬੇ ਬਾਪੂ ਨੂੰ ਦੱਸਾਂਗਾ। अपर न जानो आवन हेतु, कारज सोध बेदी कुल केतु। ਕਿਉਂਕਿ ਦੂਰ ਦਾ ਕੰਮ ਹੈ, ਨਾ ਤੇ ਤੁਹਾਡੇ ਤੋਂ ਛੇਤੀ ਜਾਇਆ ਜਾਣਾ, ਨਾ ਹੋਰ ਉਤੋਂ ਕਿਸੇ ਨੇ ਆਉਣਾ ਹੈ। दोहरा सुन बोली पुन नानकी, ज्यों अवलोकत नैन। ਉਸ ਵੇਲੇ ਸਾਰੀ ਗੱਲ ਸੁਣ ਕੇ ਭੈਣ ਨਾਨਕੀ ਜੀ ਕਹਿਣ ਲੱਗੇ, सो सुध जानो इहाँ ही, कहन बने क्यों बैन। ਆਖਿਆ ਵੀ ਨਹੀਂ ਇਹੋ ਜਿਹਾ ਕੁਝ ਨਹੀਂ, ਸਾਰਾ ਕੁਝ ਰਾਜੀ ਖੁਸ਼ ਹੈ, ਕਿਸੇ ਗੱਲ ਦੀ ਕੋਈ ਫਿਕਰ ਨਹੀਂ, ਸਾਰੇ ਜੀ ਜੰਤ ਖੁਸ਼ ਨੇ, ਰਾਜੀ ਨੇ। ਜੋ ਕੁਝ ਹੋਇਆ ਤੂੰ ਪਤਾ ਲੈਣ ਆਇਆ, ਤੈਨੂੰ ਦੱਸਣਾ ਵੀ ਜ਼ਰੂਰੀ ਹੈ ਤੇ ਮੈਂ ਤੈਨੂੰ ਸਾਰੀ ਗੱਲ ਦੱਸਣੀ ਹਾਂ। चौपई अदक जे सुध लेवन की, चाहो मिलिए जाए सहोदर पाहो। ਇਸ ਤਰ੍ਹਾਂ ਕਰੋ ਕੁਝ ਤੇ ਤੁਹਾਨੂੰ ਮੈਂ ਦੱਸ ਦਿੰਨੀ ਆ, ਤੇ ਬਾਕੀ ਤੁਸੀਂ ਗੁਰੂ ਨਾਨਕ ਮਹਾਰਾਜ ਜੀ ਦੇ ਮਿੱਤਰ ਪਿਆਰੇ ਹੋ, ਉਹਨਾਂ ਦੇ ਨਾਲ ਤੁਹਾਡਾ ਬੜਾ ਪਿਆਰ ਹੈ, ਸਨੇਹ ਹੈ, ਤੇ ਜਿਹੜੀ ਗੱਲ ਹੋ ਸਕਦਾ ਉਹਨਾਂ ਸਾਡੇ ਨਾਲ ਨਹੀਂ ਕੀਤੀ ਤੁਹਾਡੇ ਨਾਲ ਕਰ ਲੈਣ। ਤੁਸੀਂ ਆਪ ਜਾ ਕੇ ਸਤਿਗੁਰੂ ਜੀ ਨੂੰ ਮਿਲ ਲਓ। बूझो कुशलता तुम जाई, भली भांत सो दे ਤੇ सुनाई। ਪੁੱਛਿਆ ਵੀ ਦੱਸੋ ਕਿੱਥੇ ਨੇ? ਭੈਣ ਜੀ ਕਹਿੰਦੇ ਤੈਨੂੰ ਦੱਸ ਦੇਣੀ ਆ, ਜਾ ਕੇ ਉਹਨਾਂ ਤੋਂ ਪੁੱਛ ਲਿਓ। तिन ते सुन तलवंडी जाए, पुन पित माते कुशल ਤੇ सुने। ਆਖਿਆ ਵੀ ਤੁਸੀਂ ਜੋ ਦੱਸ ਦਿਓ ਠੀਕ ਹੈ, ਬਾਕੀ ਮੈਂ ਗੁਰੂ ਮਹਾਰਾਜ ਜੀ ਤੋਂ ਤੇ ਬਾਅਦ ਚ ਮਿਲਾਂਗਾ। नगर वहर जय वड उद्याना, तै बैठे हैं दया निधाना। ਤੇ ਤੂੰ ਇਸ ਤਰ੍ਹਾਂ ਕਰ, ਤੂੰ ਤਲਵੰਡੀ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੂੰ ਮਿਲਦਾ ਹੀ ਜਾ। ਨਗਰ ਤੋਂ ਬਾਹਰ ਉੱਥੇ ਇੱਕ ਜਗ੍ਹਾ ਹੈ, ਉੱਥੇ ਸੋਹਣੇ ਬਾਗ ਵਿੱਚ ਗੁਰੂ ਮਹਾਰਾਜ ਜੀ ਜਾਂਦੇ ਨੇ। ਕਈ ਵਾਰੀ ਸਵੇਰੇ ਜਾਂਦੇ ਨੇ, ਦੁਪਹਿਰੇ ਘਰ ਆ ਜਾਂਦੇ, ਕਈ ਵਾਰੀ ਸਵੇਰ ਦੇ ਗਏ ਰਾਤੀ ਮੁੜ ਕੇ ਆਉਂਦੇ ਨੇ। चलन लग्यो जब ही मर्दाना, बहुर नानकी बचन बखाना। ਤੇ ਜਾਂਦਾ ਜਾਂਦਾ ਤੂੰ ਉਹਨਾਂ ਨੂੰ ਮਿਲ ਜੀ, ਮਿਲ ਕੇ ਤੈਨੂੰ ਹੋਰ ਚੰਗਾ ਲੱਗੇਗਾ, ਸਾਰੀ ਗੱਲਬਾਤ ਸਹੀ ਤਰੀਕੇ ਨਾਲ ਸਮਝ ਪੈ ਜਾਏਗੀ। ਇਉਂ ਸੁਣ ਕੇ ਜਦੋਂ ਭਾਈ ਸਾਹਿਬ ਜੀ ਚੱਲਣ ਲੱਗੇ, असन चो अब है त्यारू, ले तब कीनो खान हारू। ਫਿਰ ਵੇਖੋ ਸੰਸਕਾਰ ਗੁਣ ਕਿਹਨੂੰ ਕਹਿੰਦੇ ਆ। ਸਾਡੇ ਘਰ ਕੋਈ ਆਵੇ ਨਾ ਤੇ ਆਪਾਂ ਕੰਮ ਨਾਲ ਹੀ ਮਤਲਬ ਰੱਖਦੇ ਆ। ਕੋਈ ਆ ਪਹਿਲਾਂ ਤੇ ਪਹਿਲੀ ਗੱਲ ਤੇ ਕੰਮ ਹੀ ਖਤਮ ਹੋ ਗਿਆ। ਜਿਹੜਾ ਪ੍ਰਾਹੁਣਚਾਰੀ ਵਾਲਾ ਕੰਮ ਸੀ ਨਾ, ਇੱਕ ਦੂਜੇ ਦੇ ਘਰ ਜਾਣਾ, ਉਹ ਕੰਮ ਮੁੱਕ ਗਿਆ। ਨਾ ਕੋਈ ਕਿਸੇ ਦੇ ਜਾਂਦਾ, ਨਾ ਕੋਈ ਕਿਸੇ ਦੇ ਰਹਿੰਦਾ, ਨਾ ਕੋਈ ਜਾਵੇ, ਕਿਉਂਕਿ ਬਹੁਤਾ ਕੰਮ ਤੇ ਆ ਮੋਬਾਈਲ ਫੋਨ ਨੇ ਲੈ ਲਿਆ। ਕੋਈ ਗੱਲ ਹੈ ਤੇ ਤੁਸੀਂ ਫੋਨ ਤੇ ਹੀ ਪੁੱਛ ਦੱਸ ਲਓ ਤੇ ਬਸ ਠੀਕ ਹੋ ਗਿਆ, ਗੱਲ ਮੁੱਕ ਗਈ। ਪਹਿਲਾਂ ਇੱਕ ਦੂਸਰੇ ਦੇ ਘਰ ਲੋਕ ਜਾਂਦੇ ਸੀ, ਜਾਣਾ, ਆਂਢ ਗੁਆਂਢ ਵੀ ਜਾਣਾ, ਰਿਸ਼ਤੇਦਾਰੀਆਂ 'ਚ ਜਾਣਾ, ਰਾਤ ਰੁਕ ਕੇ ਆਉਣਾ, ਸੁੱਖ ਸਾਂਦ ਪੁੱਛ ਕੇ ਆਉਣਾ, ਇਸ ਤਰ੍ਹਾਂ। ਤੇ ਅੱਜ ਵੀ ਕੋਈ ਜੇ ਕਿਸੇ ਦੇ ਜਾਵੇ, ਤੇ ਜੇ ਕੋਈ ਕਿਸੇ ਕੰਮ ਲਈ ਵੀ ਗਿਆ, ਉਹ ਠੀਕ ਹੈ, ਕੰਮ ਦੀ ਜਗ੍ਹਾ ਕੰਮ ਆਪਣੀ ਥਾਂ ਤੇ। ਅਗਲੀ ਗੱਲ ਬੜੀ ਜ਼ਰੂਰੀ ਹੈ ਕਿ ਉਹਨੂੰ ਆਏ ਨੂੰ ਭੋਜਨ ਪ੍ਰਸ਼ਾਦ ਵੀ ਪੁੱਛ ਲਓ, ਭਈ ਆਏ ਹੋ ਤੁਸੀਂ ਇਸ ਕੰਮ ਉੱਤੇ, ਸਭ ਠੀਕ, ਤੁਸੀਂ ਬੈਠੋ ਪ੍ਰਸ਼ਾਦਾ ਛਕ ਕੇ ਜਾਓ। ਪ੍ਰਸ਼ਾਦਾ ਨਹੀਂ, ਘੁੱਟ ਚਾਹ ਦਾ ਪੀ ਜਾਓ, 10 ਮਿੰਟ ਲੱਗਣੇ ਨੇ, ਕੀ ਹੋ ਗਿਆ, ਕੁਝ ਨਾ ਕੁਝ ਜ਼ਰੂਰ ਛਕ ਕੇ ਜਾਓ। ਪਰ ਹੁਣ ਦਰਵਾਜ਼ੇ ਤੋਂ ਹੀ ਹੋ ਜਾਂਦਾ ਕੰਮ। ਪਹਿਲਾਂ ਇਹ ਸੀ, ਦੇਖੋ ਸਮੇਂ ਨਾਲ ਕਿੱਦਾਂ ਦੀਆਂ ਚੀਜ਼ਾਂ ਆ ਗਈਆਂ। ਪਹਿਲਾਂ ਹੀ ਕਿਸੇ ਦਾ ਬੂਹਾ ਖੜਕਾਓ, ਕੋਈ ਬੂਹਾ ਖੋਲ ਕੇ ਪੁੱਛਦਾ ਸੀ, ਹਾਂਜੀ ਕੌਣ, ਹਾਂਜੀ ਇੱਥੋਂ ਆਏ ਜੀ, ਇਸ ਕੰਮ ਹੈ। ਅੱਧਾ ਕੁ ਬੂਹਾ ਖੋਲ ਕੇ ਬੰਦਾ ਦੱਸ ਦਿੰਦਾ ਸੀ ਵੀ ਠੀਕ ਹੈ ਜੀ, ਆ ਸੁਨਾ ਦੇ ਦਿਆਂਗੇ, ਉਹ ਤੇ ਘਰ ਨਹੀਂ, ਜਾਂ ਜੋ ਵੀ, ਚਲੋ ਉਥੋਂ ਮੁੜ ਗਿਆ। ਉਸ ਤੋਂ ਬਾਅਦ ਦੇ ਵਿੱਚ ਉਹ ਬੂਹੇ ਇਸ ਤਰ੍ਹਾਂ ਦੇ ਆ ਗਏ ਵੀ ਅੰਦਰਲਾ ਬੂਹਾ ਬੰਦ ਹੈ, ਬਾਹਰਲਾ ਜਾਲੀ ਵਾਲਾ ਬੰਦ ਹੈ।
ਅੰਦਰਲਾ ਖੋਲੋ, ਜਾਲੀ ਵਾਲੇ ਤੁਸੀਂ ਪੁੱਛ ਲਓ ਹਾਂਜੀ ਕਿੱਦਾਂ। ਤੇ ਹੁਣ ਉਹ ਵੀ ਕੰਮ ਨਹੀਂ ਰਿਹਾ, ਬੂਹਾ ਖੋਲਣ ਦੀ ਲੋੜ ਹੀ ਨਹੀਂ। ਉਹ ਬਾਹਰ ਹੁਣ ਉਹ ਮਸ਼ੀਨ ਜੀ ਲੱਗੀ ਹੈ, ਤੇ ਬਟਨ ਦੱਬੋ ਤੁਹਾਡੀ ਫੋਟੋ ਅੰਦਰ ਪਹੁੰਚ ਜਾਂਦੀ ਹੈ। ਤੇ ਤੁਹਾਡੇ ਨਾਲ ਗੱਲ ਕਰਨੀ ਕਿ ਨਹੀਂ ਕਰਨੀ, ਉਹ ਵੀ ਅਗਲਾ ਤੁਹਾਡਾ ਮੂੰਹ ਵੇਖ ਕੇ ਹੀ ਸੋਚੇਗਾ ਵੀ ਗੱਲ ਕਰਾਂ ਜਾਂ ਨਾ ਕਰਾਂ। ਤੇ ਬੂਹੇ ਕੁੰਡੇ ਘਰ ਦੇ ਇਹੋ ਜੇ, ਨਾ ਤੁਹਾਨੂੰ ਪਤਾ ਲੱਗੇ ਵੀ ਇਹ 'ਚ ਕੋਈ ਹੈਗਾ ਕਿ ਨਹੀਂ। ਪਹਿਲਾਂ ਤੇ ਬਾਹਰੋਂ ਕੁੰਡਾ ਲੱਗਾ ਤੇ ਤਾਲਾ ਲੱਗਾ ਸਮਝ ਆਉਂਦੀ, ਹੁਣ ਕਿੱਥੇ ਪਤਾ ਲੱਗਦਾ। ਉਹ ਹੈਂਡਲ ਜੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਇਹ ਬੂਹਾ ਅੰਦਰੋਂ ਬੰਦ ਹੈ ਕਿ ਬਾਹਰੋਂ ਬੰਦ ਹੈ, ਕੋਈ ਹੋਏਗਾ ਕਿ ਨਹੀਂ ਹੋਏਗਾ। ਤੇ ਹੁਣ ਸੋ ਇਸੇ ਤਰ੍ਹਾਂ ਹੋ ਗਿਆ। ਪਰ ਨਹੀਂ, ਜਿਹੜਾ ਕੋਈ ਆਇਆ ਉਹਨੂੰ ਜਲ ਪਾਣੀ ਪੁੱਛਣਾ, ਪ੍ਰੇਮ ਨਾਲ ਬਿਠਾਉਣਾ ਵੀ ਆਓ ਆਏ ਹੋ ਤੇ ਜਲ ਪਾਣੀ ਛਕੋ। ਸਾਰੀ ਗੱਲਬਾਤ ਕੀਤੀ, ਪਹਿਲਾਂ ਜਲ ਪਾਣੀ ਛਕਾਇਆ, ਫਿਰ ਭੈਣ ਜੀ ਆਖਣ ਲੱਗੇ ਵੀ ਮਰਦਾਨਾ ਜੀ ਪ੍ਰਸ਼ਾਦੇ ਦਾ ਵੇਲਾ ਤੇ ਪ੍ਰਸ਼ਾਦਾ ਤਿਆਰ, ਪ੍ਰਸ਼ਾਦਾ ਛਕੇ ਤੋਂ ਬਿਨਾਂ ਨਹੀਂ ਜਾਣਾ। ਪ੍ਰਸ਼ਾਦਾ ਤਿਆਰ ਹੈ, ਜੋ ਹਾਜ਼ਰ ਹੈ ਦੋ ਪ੍ਰਸ਼ਾਦੇ ਛਕ ਕੇ ਜਾਇਓ। ਤ੍ਰਿਪਤ ਹੋਏ ਪੁਨ ਪਾਏ ਰਜਾਈ, ਨਿਕਸਿਓ ਕਰਤੈ ਸੋਕ ਇਹ ਬਧਾਈ। ਦੋਵੇਂ ਗੱਲਾਂ ਨੇ। ਇਸ ਗੱਲ ਦਾ ਨਾ ਕਦੀ ਦੋਨੋਂ ਪਾਸੇ ਹੋਣਾ ਚਾਹੀਦਾ। ਜੋ ਤਿਆਰ ਹੈ ਉਹ ਪੁੱਛ ਲਓ, ਭਾਈ ਪ੍ਰਸ਼ਾਦਾ ਤਿਆਰ ਹੈ ਛਕ ਲਓ, ਜੋ ਤਿਆਰ ਹੈ ਉਹ ਦੇ ਦਿਓ। ਦਾਲ ਪ੍ਰਸ਼ਾਦਾ ਜੋ ਤਿਆਰ ਹੈ ਆਖੋ ਜੀ ਆ ਤਿਆਰ ਹੈ ਛਕ ਲਓ। ਤੇ ਜੇ ਸਾਹਮਣੇ ਵਾਲਾ ਉਹਨੂੰ ਭੁੱਖ ਲੱਗੀ ਹੈ ਤੇ ਭੁੱਖ ਲੱਗੀ ਤੇ ਐਵੇਂ ਨਾ ਝੂਠ ਮਾਰੀ ਜਾਏ, ਨਹੀਂ ਨਹੀਂ ਲੋੜ ਨਹੀਂ ਮੈਂ ਤੇ ਖਾ ਕੇ ਆਇਆ, ਤੇ ਉਹ ਨਹੀਂ ਆਖੇ ਜੀ ਠੀਕ ਹੈ ਭੁੱਖ ਲੱਗੀ ਹੈ ਦਿਓ ਦੋ ਪ੍ਰਸ਼ਾਦੇ, ਜੋ ਹਾਜ਼ਰ ਹੈ ਉਹ ਦੇ ਦਿਓ, ਜੋ ਹਾਜ਼ਰ ਹੈ ਤੇ ਛਕ ਲੈ। ਤੇ ਭਾਈ ਮਰਦਾਨਾ ਜੀ ਨੂੰ ਕਿਹਾ ਭੈਣ ਜੀ ਨੇ, ਤੇ ਭਾਈ ਸਾਹਿਬ ਆਖਣ ਲੱਗੇ ਤੇ ਬੜਾ ਚੰਗਾ ਪ੍ਰਸ਼ਾਦੇ ਦਾ ਵੇਲਾ, ਛਕ ਲੈਨੇ ਆ। ਬੈਠੇ, ਭੈਣ ਜੀ ਨੇ ਪ੍ਰਸ਼ਾਦਾ ਛਕਾਇਆ, ਪ੍ਰੇਮ ਨਾਲ ਬੈਠ ਕੇ ਛਕਿਆ, ਛਕ ਕੇ ਤ੍ਰਿਪਤ ਹੋਏ ਰੱਜੇ, ਤੇ ਰੱਜ ਕੇ ਫਿਰ ਪਾਏ ਰਜਾਈ। ਰਜਾਈ ਕਹੀ ਆਗਿਆ, ਹੁਕਮ। ਆਖਿਆ ਜੀ ਹੁਣ ਆ ਗਿਆ, ਹੁਣ ਜਾਈਏ। ਭਾਈਆ ਜੀ ਨੂੰ ਭੈਣ ਜੀ ਨੂੰ ਮਿਲ ਕੇ ਆਗਿਆ ਲੈ ਕੇ ਚੱਲ ਪਏ। ਜਹ ਦਿਸ ਸ੍ਰੀ ਗੁਰ ਬੈਸੈ ਸੁਨੇ, ਕੀਓ ਗਵਨ ਤੈ ਦਿਸ ਮਨ ਗੁਨੇ। ਜਿੱਥੇ ਪਤਾ ਲੱਗਾ ਨਾ ਦੱਸਿਆ ਸੀ ਮਹਾਰਾਜ ਇਸ ਪਾਸੇ ਬੈਠੇ ਨੇ, ਭਾਈ ਸਾਹਿਬ ਜੀ ਉਸ ਪਾਸੇ ਨੂੰ ਗਏ। ਦੋਹਰਾ ਨਿਸ਼ਚੈ ਭਏ ਫਕੀਰ ਸੋ, ਬੈਸੈ ਜੈ ਉਦਿਆਨ। ਸਾਧੂਆਂ ਵਾਲਾ ਭੇਖ ਧਾਰਨ ਕਰਕੇ ਮਹਾਰਾਜ ਜਿੱਥੇ ਬੈਠੇ ਸਨ, ਦਰਬ ਬਹੁਤ ਕੀ ਕ੍ਰਿਤ ਸੀ, ਤਜੀ ਨ ਕਰੀ ਸਿਆਨ। ਤੇ ਲੋਕੀ ਕਹਿੰਦੇ ਨੇ ਬੜਾ ਵਧੀਆ ਕੰਮ ਸੀ, ਐਡੀ ਵੱਡੀ ਨੌਕਰੀ, ਐਡਾ ਵੱਡਾ ਰੁਤਬਾ ਸੀ ਮਹਾਰਾਜ ਕੋਲ, ਤੇ ਮਹਾਰਾਜ ਜੀ ਨੇ ਸਾਰਾ ਕੁਝ ਛੱਡ ਦਿੱਤਾ, ਠੀਕ ਨਹੀਂ ਕੀਤਾ। ਚਉਪਈ ਲੋਚਨ ਸੋ ਬਿਲੋਕ, ਪਤ ਲੋਕ ਪਇਓ ਬਸੇ ਹਿਰਦੇ ਮੈਂ ਸੋਕੂ। ਤੇ ਭਾਈ ਮਰਦਾਨਾ ਜੀ ਆਏ, ਤੇ ਭਾਈ ਮਰਦਾਨਾ ਜੀ ਨੇ ਵੇਖਿਆ ਮਹਾਰਾਜ ਬੈਠੇ ਹੋਏ ਨੇ, ਇੱਕ ਰੁੱਖ ਹੇਠਾਂ ਮਹਾਰਾਜ ਬੈਠੇ, ਬੜੇ ਆਨੰਦ ਵਿੱਚ ਚੌਂਕੜਾ ਮਾਰਿਆ ਮਹਾਰਾਜ ਦਾ, ਨੇਤਰ ਬੰਦ ਨੇ, ਤੇ ਬੜੇ ਆਨੰਦ ਵਿੱਚ ਪਾਤਸ਼ਾਹ ਟਿਕਾ 'ਚ ਪਰਮੇਸ਼ਰ ਪਰਮਾਤਮਾ 'ਚ ਅਭੇਦ ਹੋਏ। ਜਹ ਤਨ ਮੈਂ ਕੰਚਨ ਲੰਕਾਰਾ, ਮੋਤੀ ਰਤਨਨ ਸਭ ਤੈ ਪਾਰਾ। ਤੇ ਭਾਈ ਮਰਦਾਨਾ ਜੀ ਵੇਖਦੇ ਨੇ ਕਿ ਮਹਾਰਾਜ ਜੀ ਨੇ ਗਲ 'ਚ ਇੱਕ ਸਾਦਾ ਜਿਹਾ ਲਿਬਾਸ ਧਾਰਨ ਕੀਤਾ, ਤੇ ਭਾਈ ਮਰਦਾਨਾ ਜੀ ਵੇਖਦੇ ਨੇ ਵੀ ਵੇਖੋ ਘਰ 'ਚ ਇੰਨੀ ਅਮੀਰੀ, ਪਿਤਾ ਪਟਵਾਰੀ, ਉਧਰੋਂ ਸਹੁਰਾ ਪਰਿਵਾਰ, ਸਹੁਰਾ ਪਟਵਾਰੀ, ਕਮੀ ਕੋਈ ਨਹੀਂ ਕਿਸੇ ਚੀਜ਼ ਦੀ। ਜਿਹੜੇ ਗਲ ਦੇ ਵਿੱਚ ਹੀਰੇ ਮੋਤੀਆਂ ਦੇ ਹਾਰ ਹੋਣੇ ਚਾਹੀਦੇ ਨੇ, ਤੇ ਮਹਾਰਾਜ ਜੀ ਨੇ ਵੇਖੋ ਸਾਦਾ ਜਿਹਾ ਲਿਬਾਸ ਪਾਇਆ। ਚਾਰ ਪਟੰਬਰ ਪੁਨ ਪਸ਼ਮੰਬਰ, ਪਹਿਰੇ ਸੁਬਤ ਵਿਸਾਲੇ ਸੁੰਦਰ। ਜਿਹੜੇ ਤਨ ਤੇ ਬੜੇ ਕੀਮਤੀ ਪਸ਼ਮੀਨੇ ਦੇ ਬਸਤਰ, ਰੇਸ਼ਮੀ ਬਸਤਰ, ਮਹਿੰਗੇ ਬਸਤਰ ਹੋਣੇ ਚਾਹੀਦੇ ਨੇ, ਮਹਾਰਾਜ ਜੀ ਨੇ ਬੜਾ ਸਾਦਾ ਜਿਹਾ ਚੋਲਾ ਪਾਇਆ। ਸੋ ਭਗਵੇ ਤਰ ਚੀਰ ਸਰੀਰਾ, ਬੈਸੈ ਗੁਣ ਹੋਤ ਧੀਰਾ। ਮਹਾਰਾਜ ਜੀ ਨੇ ਭਗਵੇ ਰੰਗ ਦਾ ਇਹ ਸਾਦਾ ਜਿਹਾ ਲਿਬਾਸ ਪਾਇਆ ਹੈ। ਜਿਨ ਕੈ ਭੀਰ ਪੂਰ ਚੌਫੇਰੇ, ਉਸ ਤਤ ਕਰਤ ਰਹਿਤ ਨਰ ਖੇਰੇ। ਜਿਨ੍ਹਾਂ ਦੇ ਆਲੇ ਦੁਆਲੇ ਸੁਲਤਾਨਪੁਰ ਲੋਧੀ ਮੰਗਣ ਵਾਲਿਆਂ ਦੀ, ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ ਕਿ ਮਹਾਰਾਜ ਜੀ ਮੈਨੂੰ ਆਹ ਦੇ ਦਿਓ, ਆਹ ਦੇ ਦਿਓ, ਤੇ ਮਹਾਰਾਜ ਸਾਰਿਆਂ ਨੂੰ ਭਰ ਭਰ ਕੇ ਦਿੰਦੇ ਸਨ।
ਤੇ ਹੁਣ ਵੇਖੋ ਮਹਾਰਾਜ ਜੀ ਇਕੱਲੇ ਬੈਠੇ। ਸੋਏ ਕਲਿਓ ਧਿਆਨ ਮਝਾਰ ਬੈਸੇਵ ਕੈ ਦ੍ਰਿਗ ਜਲ ਡਰ। ਇਹ ਜਿਹੜੀਆਂ ਭੀੜਾਂ ਨੇ ਨਾ ਆਲੇ ਦੁਆਲੇ, ਚਲੋ ਇਹ ਮਹਾਰਾਜ ਜੀ ਦਾ ਬਚਨ ਇੱਥੇ ਆਇਆ, ਇਹ ਮਹਾਰਾਜ ਜੀ ਵਾਸਤੇ ਦ੍ਰਿਸ਼ਟਾਂਤ ਨਹੀਂ, ਕਿਉਂਕਿ ਮਹਾਰਾਜ ਜੀ ਦੀਨ ਦੁਨੀ ਦੇ ਮਾਲਕ ਨੇ। ਮੈਂ ਦੁਨਿਆਵੀ ਲੋਕਾਂ ਦੀ ਇੱਕ ਉਦਾਹਰਣ ਦਵਾਂ। ਇਹ ਆਪਾਂ ਕਈ ਵਾਰੀ ਵੇਖਦੇ ਨਾ, ਜਿਨ੍ਹਾਂ ਦੇ ਅੱਗੇ ਪਿੱਛੇ ਬੜੀ ਭੀੜ ਹੁੰਦੀ ਹੈ, ਬੜੇ ਕੋਈ ਸੈਲੀਬ੍ਰਿਟੀ ਨੇ ਜੀ, ਬੜੇ ਕੋਈ ਆ ਨੇ ਉਹ ਨੇ, ਉਹ ਭੀੜ ਜਿਹੜੀ ਹੁੰਦੀ ਹੈ ਨਾ, ਉਹ ਕਿਸੇ ਬੰਦੇ ਦੇ ਦੁਆਲੇ ਨਹੀਂ ਹੁੰਦੀ, ਉਹ ਭੀੜ ਹੁੰਦੀ ਹੈ ਕਿਸੇ ਪਦਵੀ ਦੇ ਦੁਆਲੇ, ਕਿਸੇ ਅਹੁਦੇ ਦੇ ਦੁਆਲੇ। ਤੇ ਜਿਹੜੇ ਆਲੇ ਦੁਆਲੇ ਹੁੰਦੇ ਨੇ ਭੀੜ ਲਾਉਣ ਵਾਲੇ, ਉਹ ਕਿਸੇ ਦਾ ਸਤਿਕਾਰ ਕਰਨ ਨੂੰ ਨਹੀਂ ਆਏ ਹੁੰਦੇ, ਉਹ ਭੀੜ ਲਾਉਂਦੇ ਨੇ ਆਪਣੇ ਕੰਮ ਨੂੰ, ਵੀ ਮੇਰਾ ਇਹਦੇ ਤੋਂ ਕੀ ਕੰਮ ਹੋ ਸਕਦਾ, ਆਪਣੇ ਸਵਾਰਥ ਵਾਸਤੇ, ਆਪਣੇ ਮਤਲਬ ਵਾਸਤੇ। ਉਹਦੇ ਕੋਲੋਂ ਪਦਵੀ ਨਾ ਰਹੇ ਤੇ ਲੋਕਾਂ ਦਾ ਉਹਦੇ ਤੋਂ ਸਵਾਰਥ ਪੂਰਾ ਨਾ ਹੋਵੇ, ਫਿਰ ਤੁਸੀਂ ਵੇਖੋ ਕਿ ਉਹ ਭੀੜਾ ਭੂੜਾ ਜਿਹੜੀਆਂ ਨੇ ਉਹ ਕਿੱਧਰ ਜਾਂਦੀਆਂ ਨੇ, ਉੱਡ ਪੁੱਟ ਜਾਂਦੀਆਂ ਨੇ, ਉੱਡ ਪੁੱਟ ਜਾਂਦੀਆਂ। ਮੈਂ ਨਾਮ ਨਹੀਂ ਲੈਣਾ, ਮੈਂ ਆਪਣੇ ਅੱਖੀ ਉਹ ਲੋਕ ਵੇਖੇ 5 ਸਾਲ ਪਹਿਲਾਂ, ਮਾਲਕ ਮਿਹਰ ਕਰੇ ਉਹਨਾਂ ਨੂੰ, ਜਿਹੜੀ ਉਹ ਲੰਬੀ ਹਯਾਤੀ ਬਖਸ਼ੇ। ਮੈਂ ਉਹਨਾਂ ਨੂੰ ਉਸ ਰੂਪ ਵਿੱਚ ਵੀ ਵੇਖਿਆ ਵੀ ਪੁਲਿਸ ਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ, 2 ਅੱਗੇ 2 ਪਿੱਛੇ, ਤੇ ਨਾਲ ਇੰਨੀ ਸਿਕਿਉਰਿਟੀ, ਹੂਟਰ ਵਾਲੀਆਂ ਗੱਡੀਆਂ, ਤੇ ਹੂਟਰ ਵੱਜਦੇ ਜਾ ਰਹੇ ਨੇ ਇੱਧਰ ਨੂੰ ਤੇ ਉੱਧਰ ਨੂੰ। ਜੇ ਕਿਤੇ ਮਿਲਣਾ ਹੋਵੇ ਤੇ 2 ਮਿੰਟ ਮਿਲਣ ਦਾ ਸਮਾਂ ਨਹੀਂ। ਤੇ ਇੱਕ ਵਾਰੀ ਨਾ 5-6 ਸਾਲ ਹੋ ਗਏ, ਜ਼ਿਆਦਾ ਹੋ ਗਏ ਹੋਣੇ, ਮੇਰੇ ਖਿਆਲ 8 ਹੋ ਗਏ, 2016 ਦੇ ਨੇੜੇ ਦੀ ਗੱਲ ਸ਼ਾਇਦ। ਤੇ ਇੱਥੇ ਆਪਣਾ ਸੀਸ ਗੰਜ ਸਾਹਿਬ, ਉਹ ਰਾਤ ਰੁਕੇ ਕਿਤੇ ਸਰਾਂ 'ਚ ਰੁਕੇ ਹੋਣੇ ਕਮਰਾ ਲੈ ਕੇ। ਸਵੇਰੇ ਉਹਨਾਂ ਨੇ ਜਾਣਾ ਸੀ ਤੇ ਉਹ ਆਪਣੀ ਚਾਬੀ ਨਾ ਦਫ਼ਤਰ ਦੇਣ ਆਏ, ਤੇ ਇਹ ਮੋਢੇ ਤੇ ਬੈਗ ਚੁੱਕਿਆ, ਤੇ ਮੈਂ ਦਫ਼ਤਰ 'ਚ ਹੀ ਬੈਠੇ ਸੀ। ਤੇ ਜਦੋਂ ਮੈਂ ਉਹਨਾਂ ਵੱਲ ਵੇਖਿਆ ਤੇ ਵੇਖ ਕੇ ਤੇ ਇੱਕਦਮ ਹੀ ਖੜੇ ਹੋ ਗਏ, ਸਤਿਕਾਰ ਵਜੋਂ ਖੜੇ ਹੋ ਗਏ। ਤੇ ਮਨ ਨੂੰ ਯਕੀਨ ਨਾ ਹੋਵੇ, ਅੱਖਾਂ ਨੂੰ ਯਕੀਨ ਨਾ ਹੋਵੇ ਵੀ ਆਹ ਕੀ। ਤੇ ਉਹਨਾਂ ਕਿਹਾ ਜੀ ਇਹ ਚਾਬੀ ਜਮ੍ਹਾਂ ਕਰਾਉਣੀ। ਤੇ ਉਹ ਜਿਹੜੇ ਮੈਨੇਜਰ ਸਾਹਿਬ ਬੈਠੇ ਹੋ ਕਹਿੰਦੇ ਜੀ ਇੱਥੇ ਦੇ ਦਿਓ, ਹੋਰ ਦੱਸੋ ਜਲ ਪਾਣੀ। ਉਹ ਕਹਿੰਦੇ ਜੀ ਨਹੀਂ, ਕੋਈ ਜਲ ਪਾਣੀ ਦੀ ਲੋੜ ਨਹੀਂ। ਉਹਨਾਂ ਨੇ ਅੱਗੇ ਰਜੌਰੀ ਸ਼ਾਇਦ ਉਸ ਇਲਾਕੇ 'ਚ ਕਿਤੇ ਜਾਣਾ ਸੀ, ਪੁੱਛਦੇ ਵੀ ਉਧਰ ਜਾਣ ਨੂੰ ਕੀ ਠੀਕ ਰਹੇਗਾ, ਮੈਟਰੋ ਠੀਕ ਰਹੇਗੀ ਤੇ ਜਾਂ ਆਟੋ। ਇਹ ਕਿਹਾ ਜੀ ਅਸੀਂ ਤੁਹਾਡਾ ਪ੍ਰਬੰਧ ਕਰਦੇ ਹਾਂ, ਇੱਥੋਂ ਤੁਹਾਨੂੰ ਕੋਈ ਗੱਡੀ ਕਰਾ ਦੇਣਗੇ। ਨਹੀਂ ਨਹੀਂ, ਕਿਹਾ ਵੀ ਮੈਨੂੰ ਦੱਸ ਦਿਓ, ਮੈਂ ਆਪੇ ਚਲੇ ਜਾਣਾ। ਇਹ ਕਿਹਾ ਬੈਗ ਚੁੱਕ ਲੈਣੇ ਤੁਹਾਡਾ ਉੱਥੇ ਤੱਕ। ਕਹਿੰਦੇ ਨਹੀਂ, ਬੰਦਾ ਉਹੀ ਹੈ, ਇਹ ਨਹੀਂ ਕਿ ਬੰਦਾ ਬਦਲ ਗਿਆ, ਸ਼ਖਸੀਅਤ ਉਹੀ ਹੈ। ਹੁਣ ਬੈਗ ਵੀ ਆਪੇ ਚੁੱਕਿਆ, ਸਾਰਾ ਕੁਝ, ਨਾ ਕੋਈ ਗੱਡੀ ਹੈ, ਨਾ ਕੋਈ ਲਾਲ ਬੱਤੀ ਹੈ, ਨਾ ਕੋਈ ਸਿਕਿਉਰਿਟੀ ਹੈ, ਨਾ ਕੋਈ ਅੱਗੇ ਹੈ, ਨਾ ਕੋਈ ਪਿੱਛੇ ਹੈ, ਕੱਲਾ ਬੈਗ ਮੋਢੇ ਤੇ ਟੰਗਿਆ। ਕੀ ਕਾਰਨ ਹੋਇਆ? 2 ਚੀਜ਼ਾਂ। ਉਹਨਾਂ ਕੋਲ ਉਹ ਪਦਵੀ ਨਹੀਂ ਰਹੀ, ਅਹੁਦਾ ਨਹੀਂ ਰਿਹਾ, ਤੇ ਜਿਹੜੇ ਭੀੜਾਂ ਵਾਲੇ ਸੀ, ਹਟ ਜੋ ਜੀ ਹਟ ਜੋ ਜੀ, ਏਦਾਂ ਵਾਲੇ ਜਿਹੜੇ ਵਿੰਗੇ ਜੇ ਮੂੰਹ ਕਰ ਕਰਕੇ ਨਾਲ ਫੋਟੋ ਖਿਚਾਉਣਗੇ ਨਾ, ਮੇਰਾ ਮੂੰਹ ਆ ਹੀ ਜਾਏ ਫੋਟੋ 'ਚ, ਉਹਨਾਂ ਨੂੰ ਪਤਾ ਹੋਣੇ ਤਾਂ ਕੋਈ ਨਾ ਪਦਵੀ ਰਹੀ ਹੈ ਤੇ ਨਾ ਆਪਣਾ ਮਤਲਬ ਸਵਾਰਥ ਪੂਰਾ ਹੋਣਾ। ਫਿਰ ਇਹੋ ਜਿਹੇ ਲੋਕਾਂ ਦੀ ਭੀੜ ਘਾਟੀ ਜਾਂਦੀ ਹੈ। ਵਿਦਾਂਤ ਦਾ ਇੱਕ ਵਚਨ ਹੈ, ਉਹਦੇ ਅਰਥ ਨਹੀਂ ਕਰਨੇ, ਸਿੱਧਾ ਸਿੱਧਾ ਕਹਿ ਕੇ ਤੇ ਫਿਰ ਆਪਾਂ ਇੱਧਰ ਬਿਰਖਹੀਨ ਫਲ ਚੀਨ ਬੇਹੰਗਮ ਬੇਗ ਤਿਆਗ ਕਾਨਨ ਦਗਦੋ ਦੇਖ ਮਿਰਗ ਆਦਿਕ ਸਭ ਭਾਗੇ ਫੂਲ ਮਾਲ ਨਿਰਗੰਧ ਗਲੇ ਤੇ ਤਿਆਗੇ ਸਭ ਨਰ ਸਾਰਸ ਤਿਆਗੇ ਬੇਗ ਨੀਰ ਬਿਨ ਪੇਗ ਸਰੋਵਰ ਤਿਉ ਗਨ ਕਾ ਨਿਰਧਨ ਨਰ ਤਜੈ ਪ੍ਰਿਸ਼ਟ ਨਿਰਪਤ ਭ੍ਰਿਤ ਤਜਤ ਹੀ ਇਹ ਸਗਲੇ ਸਵਾਰਥ ਵਸਰ ਮੇ ਕੋ ਕਾਹੂ ਪਿਆਰੂ ਨਹੀਂ। ਕੋਈ ਕਿਸੇ ਦਾ ਸਨੇਹੀ ਪਿਆਰਾ ਨਹੀਂ ਹੁੰਦਾ, ਸਭ ਆਪਣੇ ਮਤਲਬ ਨੂੰ ਨੇ। ਨਵੇਂ ਪਾਤਸ਼ਾਹ ਜੀ ਨੇ ਕਿਹਾ ਨਾ, ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਸਭ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਘੇਰੇ ਬਿਵਤ ਪਰੀ ਸਭ ਹੀ ਸੰਗ ਛਾੜਤ ਕੋ ਨਾਵਤ ਨਿਰੇ। ਇਹ ਦੁਨਿਆਵੀ ਲੋਕਾਂ ਦੀ ਹਾਲਤ ਹੈ। ਤੇ ਭਾਈ ਮਰਦਾਨਾ ਜੀ ਆਪਣੇ ਮਨ 'ਚ ਉਹ ਵੇਖ ਰਹੇ ਨੇ। ਕੱਲ ਦੀਆਂ ਗੱਲਾਂ ਬਾਬੇ ਨਾਨਕ ਦੇ ਘਰ ਦੇ ਬੂਹੇ ਦੇ ਅੱਗੇ, ਬਾਬੇ ਨਾਨਕ ਦੀ ਹੱਟੀ ਦੇ ਅੱਗੇ
ਲੈਣਾ ਲੱਗੀਆਂ ਤੇ ਭੀੜਾਂ ਲੱਗੀਆਂ ਸੀ। ਮਹਾਰਾਜ ਜੀ ਆਹ ਦੇ ਦਿਓ, ਆਹ ਦੇ ਦਿਓ। ਤੇ ਹੁਣ ਮਹਾਰਾਜ ਰੁੱਖ ਹੇਠਾਂ ਇਕੱਲੇ ਬੈਠੇ, ਕੋਈ ਵੀ ਲਾਗੇ ਨਹੀਂ ਹੈ। ਨਿਕਟ ਜਾਏ ਵੈ ਠਾਂਡ ਸੁਜਾਨਾ, ਕਰ ਦੁਆਏ ਕਲਿਆਣ ਬਖਾਨਾ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਦੇ ਕੋਲ ਭਾਈ ਮਰਦਾਨਾ ਜੀ ਬੈਠ ਗਏ ਤੇ ਜਾ ਕੇ ਕੋਲ ਪਹਿਲਾਂ ਬੈਠੇ। ਵੀ ਦੇਖੋ ਸਲੀਕਾ ਹੈ ਨਾ, ਇੱਕ ਤਰੀਕਾ ਕਿਹਨੂੰ ਕਹਿੰਦੇ, ਢੰਗ ਕਿਹਨੂੰ ਕਹਿੰਦੇ, ਸਲੀਕਾ ਕਿਹਨੂੰ ਕਹਿੰਦੇ ਗੱਲ ਦਾ। ਇਹ ਨਹੀਂ ਵੀ ਜਾਂਦੇ ਹੀ ਰੌਲਾ ਪਾਤਾ ਹੋਵੇ ਵੀ ਮਹਾਰਾਜ ਜੀ ਮੈਂ ਆ ਗਿਆ ਜੀ, ਨਹੀਂ ਨਹੀਂ। ਮਹਾਰਾਜ ਜੀ ਦੇ ਨੇਤਰ ਬੰਦ ਨੇ, ਚੌਂਕੜਾ ਲੱਗਾ, ਜਾ ਕੇ ਨਾ ਪਹਿਲਾਂ ਨਮਸਕਾਰ ਕੀਤੀ ਦੂਰੋਂ ਤੇ ਮਹਾਰਾਜ ਜੀ ਦੇ ਕੋਲ ਬੈਠ ਗਏ। ਨਿਕਟ ਬੈਠ ਪੁਨ ਬਚਨ ਉਚਾਰੈ, ਕੈਸੋ ਵੇਖ ਸਰੀਰ ਸੁਧਾਰਾ। ਕੋਲ ਬੈਠ ਕੇ ਨਾ ਹੌਲੀ ਹੌਲੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੋਡਿਆਂ ਤੇ ਹੱਥ ਲਾਇਆ, ਗੋਡੇ ਤੇ ਮਹਾਰਾਜ ਜੀ ਦੇ ਹੱਥ ਫੇਰਿਆ, ਹੌਲੀ ਹੌਲੀ ਚਰਨ ਤੇ ਹੱਥ ਫੇਰਿਆ। ਮਹਾਰਾਜ ਜੀ ਨੇ ਬੜੇ ਪ੍ਰੇਮ ਨਾਲ ਨੇਤਰ ਖੋਲੇ। ਜਦੋਂ ਮਹਾਰਾਜ ਜੀ ਨੇ ਨੇਤਰ ਖੋਲ ਕੇ ਤੱਕਿਆ ਤੇ ਸਾਹਮਣੇ ਭਾਈ ਮਰਦਾਨਾ ਜੀ, ਤੇ ਭਾਈ ਮਰਦਾਨਾ ਜੀ ਨੇ ਮਹਾਰਾਜ ਜੀ ਦੇ ਵੇਖਿਆ ਨੇਤਰ ਖੁੱਲੇ ਤੇ ਮਹਾਰਾਜ ਜੀ ਨੇ ਹੱਥ ਜੋੜੇ ਤੇ ਸੀਸ ਮਹਾਰਾਜ ਦੇ ਚਰਨਾਂ ਤੇ ਰੱਖਤਾ। ਸੀਸ ਰੱਖ ਕੇ ਨਮਸਕਾਰ ਕੀਤੀ ਪ੍ਰੇਮ ਨਾਲ, ਫਿਰ ਕਹਿਣ ਲੱਗੇ, ਮੋਦੀ ਕ੍ਰੇਤ ਹੋਤੀ ਧਨ ਦਾਨੀ, ਕਿਉ ਤਜ ਬੈਠੇ ਭੋਗਨ ਖਾਨੀ। ਸੱਚੇ ਪਾਤਸ਼ਾਹ ਮਹਾਰਾਜ ਜੀ ਬੜਾ ਸੋਹਣਾ ਕੰਮਕਾਰ ਸੀ, ਮੋਦੀ ਖਾਨੇ ਦੀ ਕਿਰਤ ਸੀ। ਕੀ ਹੋਇਆ, ਇਹ ਸਾਰਾ ਕੁਝ ਛੱਡ ਕੇ ਇੱਧਰ ਕਿਉਂ ਆ ਗਏ? ਖਾਵਤ ਖਰਚਤ ਟੋਟ ਭੰਡਾਰਾ, ਸਨ ਬਸਨ ਨੈ ਕਾਮੀ ਅਗਾਰਾ। ਤੇ ਮਹਾਰਾਜ ਜੀ ਪੂਰੇ ਤਲਵੰਡੀ ਦੇ ਲੋਕ, ਖਿਮਾ ਕਰਨਾ ਰਾਜ ਆਪਣਾ ਸੁਲਤਾਨਪੁਰ ਲੋਧੀ ਦੇ ਲੋਕ ਤੁਹਾਡੇ ਕੋਲੋਂ ਲੈ ਲੈ ਕੇ ਖਾਂਦੇ ਸੀ, ਮੰਗ ਕੇ ਲੈ ਜਾਂਦੇ ਸੀ। ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਮਹਾਰਾਜ ਮੈਂ ਵੀ ਤੁਹਾਡੇ ਕੋਲੋਂ ਆ ਕੇ ਲੈ ਜਾਣਾ ਸਾਂ। ਕਿੰਨੀਆਂ ਉਦੋਂ ਲਹਿਰਾਂ ਬਹਿਰਾਂ, ਸਾਨੂੰ ਕੋਈ ਤੋਟ ਕਮੀ ਨਹੀਂ ਸੀ ਕਿਸੇ ਚੀਜ਼ ਦੀ। ਇਹ ਸਾਰਾ ਕੁਝ ਕਿਉਂ ਤਿਆਗ ਦਿੱਤਾ, ਛੱਡ ਦਿੱਤਾ? ਭਲੀ ਗੁਜਰ ਥੀ ਤੁਮਰੀ ਤੈ ਤੈ, ਸਰਬ ਦਰਬ ਘਰ ਭਰਪੁਰ ਜਹਤੇ। ਬੜਾ ਸੋਹਣਾ ਗੁਜਰਾਨ ਹੋ ਰਿਹਾ ਸੀ, ਅਚਾਨਕ ਇਹ ਕੀ ਹੋਇਆ? ਕਹਿ ਟੋਟਾ ਆਇਓ ਤੈ ਮਾਹੀ, ਕਿਧੋ ਨਰੇਸ ਦਈ ਪੁਨ ਨਾਹੀ। ਸੱਚੇ ਪਾਤਸ਼ਾਹ ਮਹਾਰਾਜ ਕੀ ਹੋਇਆ ਕਿ ਕਾਰੋਬਾਰ 'ਚ ਕੋਈ ਘਾਟਾ ਪੈ ਗਿਆ ਦੁਕਾਨ ਤੇ, ਜਾਂ ਨਵਾਬ ਦੌਲਤ ਖਾਨ ਦੇ ਆਪਾਂ ਕੋਈ ਪੈਸੇ ਦੇਣੇ ਸਾਨੂੰ? ਕਹਿ ਕਾਰਨ ਤੈ ਸੋ ਕ੍ਰਿਤ ਸ਼ੋਰੀ, ਕਿਉ ਅਸ ਵੈਸੈ ਕੀਨ ਬਹੋਰੀ। ਕੀ ਕਾਰਨ ਬਣਿਆ, ਕਿਉਂ ਤੁਸੀਂ ਇਹ ਕੰਮਕਾਰ ਛੱਡਿਆ? ਇਹ ਸਾਰਾ ਕੁਝ ਕਿਰਪਾ ਕਰਕੇ ਦੱਸੋ। ਸ਼੍ਰੀ ਨਾਨਕ ਸੁਨ ਬੋਲੇ ਬਾਨੀ, ਜੋ ਵਿਰਾਗ ਕੈ ਰਸ ਮੈਂ ਸਾਨੀ। ਭਾਈ ਮਰਦਾਨਾ ਜੀ ਨੇ ਜੋ ਕੁਝ ਵੀ ਉਹਨਾਂ ਦੇ ਮਨ ਦੀ ਵਿਚਾਰ ਸੀ, ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ। ਸਾਰਾ ਕੁਝ ਸੁਣ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੋਂ ਹੁਣ ਕਹਿਣ ਲੱਗੇ ਨੇ, ਜਵਾਬ ਦੇਣ ਲੱਗੇ ਨੇ। ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਇਹ ਜੋ ਕੁਝ ਵਾਪਰਿਆ ਉਸ ਬਾਰੇ ਕੀ ਕਹਿੰਦੇ ਨੇ ਤੇ ਕਿਹੜੇ ਬਚਨ ਕਹਿ ਕੇ ਪੱਕੇ ਤੌਰ ਤੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾ ਲੈਂਦੇ ਨੇ। ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਆਪ ਸਰਵਣ ਕਰੋਗੇ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਕੱਚੋਂ ਕੰਚਨ ਭਇਓ, ਸ਼ਬਦ ਗੁਰੂ